ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਇਹ ਸਾਡੇ ਲਈ ਬਹੁਤ ਵੱਡੀ ਗੱਲ ਆ, ਬਹੁਤ ਜ਼ਿਆਦਾ ਸਦਮਾ ਅਸੀਂ ਬਰਦਾਸ਼ਤ ਨਹੀਂ ਅਜੇ ਵੀ ਕਰ ਪਾ ਰਹੇ ਜੀ। ਮਤਲਬ ਪਰਿਵਾਰ ਵਿੱਚ ਤੁਸੀਂ ਆ ਕੇ ਦੇਖੋ ਜੀ ਕੀ ਹਾਲਾਤ ਹੋਏ ਨੇ। ਉਹਨਾਂ ਦੀ ਮਾੜੀ ਜੀ ਵੀ ਕੰਨ 'ਚ ਕੋਈ ਆਵਾਜ਼ ਪੈਂਦੀ ਹੈ ਨਾ ਸ਼ਬਦ ਦੀ ਜਾਂ ਕੋਈ ਵੀ ਬੋਲ, ਸਾਡੀ ਹਾਲਤ ਇਹੋ ਜਿਹੀ ਹੋ ਜਾਂਦੀ, ਬੀਪੀ ਡਾਊਨ ਹੋ ਜਾਂਦਾ ਵਾ, ਹਾਰਟ ਬੀਟ ਇੰਨੀ ਹੋ ਜਾਂਦੀ ਆ, ਖਰਾਬ ਹਾਲਤ ਹੋ ਜਾਂਦੀ ਆ ਕਿ ਮਤਲਬ ਅਸੀਂ ਇੱਕ ਦੂਜੇ ਨੂੰ ਅਸੀਂ ਮਤਲਬ ਝੂਠੇ ਚੁੱਪ ਕਰਵਾਉਂਦੇ ਉਸ ਟਾਈਮ 'ਤੇ ਅਸੀਂ। ਪਰ ਸਾਨੂੰ ਪਤਾ ਮਤਲਬ ਅਸੀਂ ਕਿਹੋ ਜਿਹੇ ਹਾਲਾਤਾਂ 'ਚ ਹੁਣ ਵੀ ਜਾ ਰਹੇ ਹਾਂ ਪਿਤਾ ਜੀ ਤੋਂ ਬਗੈਰ। ਸਾਡਾ ਪ੍ਰਸ਼ਾਸਨ ਹੋਵੇ ਇੱਕ ਗਿਲਾ ਭਾਈ ਸਾਹਿਬ ਦਾ ਇੱਕ ਉਹ ਜਿਹੜੀ ਫੋਨ ਕਾਲਸ ਆਈ ਸੀ, ਬੜਾ ਵੱਡਾ ਗਿਲਾ ਸੀ, ਉਸ ਗਿਲੇ ਤੇ ਵੀ ਗੱਲਬਾਤ ਚੱਲੀ ਬਾਅਦ 'ਚ ਕੋਈ ਗੱਲਾਂ ਚੱਲ ਰਹੀਆਂ ਸਾਰੀਆਂ, ਅਸੀਂ ਖੁਦ ਨਹੀਂ ਮੈਂਟਲੀ ਜਾਂ ਫਿਜ਼ੀਕਲੀ ਪ੍ਰਿਪੇਅਰ ਹੀ ਨਹੀਂ ਹੈਗੇ ਜੀ। ਗੱਲ ਤਾਂ ਚੱਲ ਰਹੀ ਆ, ਸਭ ਪੁੱਛਗਿੱਛ ਹੋ ਰਹੀ ਆ, ਸਰਕਾਰ ਸਾਨੂੰ ਜਸਟਿਸ ਲੈ ਕੇ ਦੇਗੀ, ਸਾਨੂੰ ਮਾਣ ਹੈ ਸਰਕਾਰ ਦੇ ਪ੍ਰਸ਼ਾਸਨ ਤੇ ਇੱਥੇ ਕੁਝ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਵਿੱਚ ਕੁਝ ਸੋਚਿਆ ਕੀ ਕੀਤਾ ਜਾਊਗਾ ਇਸ ਜਗ੍ਹਾ ਦੇ ਉੱਤੇ? ਅਸੀਂ ਇਤਿਹਾਸਿਕ ਜਗ੍ਹਾ ਤਾਂ ਬਣਾਵਾਂਗੇ ਔਰ ਨਾਲ ਮਿਊਜ਼ਿਕ ਅਕੈਡਮੀ ਬਣਾਵਾਂਗੇ, ਨਾਲ ਗੁਰਦੁਆਰਾ ਸਾਹਿਬ ਇੱਥੇ ਬਣਾਵਾਂਗੇ। ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਵੇਖੋ, ਉਹ ਗੁਰੂ ਦਾ ਸਿੱਖ ਸੀਗਾ, ਐਸਾ ਗੁਰੂ ਦਾ ਸਿੱਖ ਜਿਹੜਾ 84 ਦੇ ਵਿੱਚ ਨੇ ਡੋਲਿਆ ਤੇ 14 ਘੰਟੇ ਲਗਾਤਾਰ ਜਿਨ੍ਹਾਂ ਨੇ ਉੱਥੇ ਕੀਰਤਨ ਕੀਤਾ। ਤੇ ਜੇ ਫਾਇਰਿੰਗ ਹੋ ਰਹੀ ਸੀ, ਜੇ ਉਸ ਵੇਲੇ ਉਹ ਮੌਤ ਤੋਂ ਨਹੀਂ ਡਰਿਆ ਤੇ ਕੀ ਹੁਣ ਜਿਹੜਾ ਕਰੋਨਾ ਨੂੰ ਉਹਨਾਂ ਨੂੰ ਮੌਤ ਤੋਂ ਡਰਾ ਸਕਦਾ ਸੀ? ਕਿ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਇਹ ਕੁਝ ਹੋਇਆ ਔਰ ਆਮ ਜਨਤਾ ਨਾਲ ਜੋ ਆਪਾਂ ਦੇਖਦੇ ਹਾਂ, ਜਿਸ ਤਰ੍ਹਾਂ ਹੋਰ ਹਜ਼ੂਰ ਸਾਹਿਬ ਤੋਂ ਸੰਗਤਾਂ ਆਈਆਂ, ਉਹ ਵੀ ਪਹਿਲਾਂ ਪੋਜ਼ੀਟਿਵ ਨਿਕਲ ਆਈਆਂ, ਬਾਅਦ ਦੇ ਵਿੱਚ ਨੈਗੇਟਿਵ ਦਿੱਤੇ ਗਏ ਆ। ਔਰ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਰਿਪੋਰਟਾਂ ਕਿਹੜੇ ਤਰੀਕੇ ਨਾਲ ਤਿਆਰ ਹੋ ਰਹੀਆਂ। ਅਕਾਲ ਚੈਨਲ ਦਾ ਵੀ ਅਸੀਂ ਧੰਨਵਾਦ ਕਰਦੇ, ਜਿਨ੍ਹਾਂ ਨੇ ਉਸ ਦਿਨ ਵੀ ਸਾਰੇ ਵਰਲਡ ਦੇ ਵਿੱਚ ਲਾਈਵ ਪ੍ਰੋਗਰਾਮ ਵਿਖਾਇਆ, ਲਾਈਵ ਸੰਸਕਾਰ ਵਿਖਾਇਆ। ਹੁਣ ਵੀ ਅਸੀਂ ਧੰਨਵਾਦ ਕਰਦੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਕਾਲ ਚੈਨਲ ਵੇਖ ਰਹੀ ਸੰਗਤ ਨੂੰ ਦਾਸ ਤਜਿੰਦਰ ਸਿੰਘ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਉਸ ਲੋਕੇਸ਼ਨ ਤੇ ਹੈਗੇ ਆ ਜਿੱਥੇ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਹ ਉਹ ਜਗ੍ਹਾ ਵਾ ਜਿੱਥੋਂ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਲਾਈਵ ਦਰਸ਼ਨ ਵੀ ਕੀਤੇ ਸੀ, ਕਿਉਂਕਿ ਮਾਣ ਪ੍ਰਾਪਤ ਸੀ ਕੇਵਲ ਅਕਾਲ ਚੈਨਲ ਨੂੰ ਹੀ। ਉਸ ਦਿਨ ਜਿਹੜਾ ਕਿ ਸਾਰਾ ਦਿਨ ਦਾ ਪ੍ਰੋਗਰਾਮ ਭਾਵੇਂ ਉਹ ਵੇਰਕੇ ਦੇ ਵਿੱਚ ਵਿਰੋਧ ਹੋਇਆ, ਉਹ ਵੀ ਤੁਹਾਡੇ ਸੰਗਤਾਂ ਦੇ ਸਾਹਮਣੇ ਲੈ ਕੇ ਆਏ ਸੀ, ਲਾਈਵ ਪ੍ਰਸਾਰਣ ਕੀਤਾ ਗਿਆ। ਤੇ ਜੇ ਆਪਾਂ ਬਾਅਦ ਦੀ ਗੱਲ ਕਰਦੇ ਹਾਂ ਤੇ ਸੰਸਕਾਰ ਵਾਲੀ ਜਗ੍ਹਾ ਤੋਂ ਲਗਾਤਾਰ ਸੰਗਤ ਨੇ ਉਹ ਜਗ੍ਹਾ ਲੋਕੇਸ਼ਨ ਤੋਂ ਲਾਈਵ ਦੇਖਿਆ ਸੀ। ਉਸ ਜਗ੍ਹਾ ਤੇ ਦੁਬਾਰਾ ਅੱਜ ਇਕੱਠੇ ਹੋਏ ਆ, ਕਿਉਂਕਿ ਵੀਰ ਅਮਤੇਸ਼ਵਰ ਸਿੰਘ ਭਾਈ ਸਾਹਿਬ ਦੇ ਬੇਟੇ ਤੇ ਉਹਨਾਂ ਦਾ ਪਰਿਵਾਰ ਆਇਆ ਹੈਗਾ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ। ਆਉਂਦੇ ਜਾਂਦੇ ਇੱਥੋਂ ਸੱਜਣ ਜਿਹੜੇ ਵੀ ਲੰਘਦੇ ਹੈਗੇ ਆ, ਫੋਨ ਕਾਲ ਕਰਕੇ ਦੱਸਦੇ ਆ ਕਿ ਅਸੀਂ ਉਸ ਜਗ੍ਹਾ ਤੇ ਪਹੁੰਚੇ ਸੀ, ਨਤਮਸਤਕ ਹੋਏ ਆ। ਇਸ ਜਗ੍ਹਾ ਨੂੰ ਭਾਗ ਲੱਗਿਆ ਕਿਉਂਕਿ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਇੱਥੇ ਹੋਇਆ ਵਾ। ਮੈਨੂੰ 2 ਦਿਨ ਪਹਿਲਾਂ ਦੀ ਗੱਲ ਹੈਗੀ ਆ, ਬਟਾਲੇ ਤੋਂ ਇੱਕ ਵੀਰ ਪਹੁੰਚਿਆ, ਉਹਨਾਂ ਨੇ ਫੋਨ ਕਾਲ ਕਰਕੇ ਮੈਨੂੰ ਪੁੱਛਿਆ ਕਿ ਉਹ ਕਿਹੜੀ ਲੋਕੇਸ਼ਨ ਹੈਗੀ ਆ। ਤੇ ਇਸ ਲੋਕੇਸ਼ਨ ਨੂੰ ਦੱਸਣ ਵਾਸਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਉਹ ਫੱਟੇ ਬਾਰੇ ਦੱਸ ਪਾਈ ਸੀ ਕਿ ਉੱਥੇ ਉਸ ਜਗ੍ਹਾ ਤੇ ਫੱਟਾ ਵਾ ਇੱਕ ਪਿਆ ਹੋਇਆ, ਉਸ ਜਗ੍ਹਾ ਤੇ ਤੁਸੀਂ ਨਤਮਸਤਕ ਹੋ ਕੇ ਜ਼ਰੂਰ ਆਉਣਾ। ਤੇ ਅਮਤੇਸ਼ਵਰ ਵੀਰ ਜੀ ਉਦੋਂ ਬਟਾਲੇ ਤੋਂ ਵੀਰ ਪਹੁੰਚੇ ਸੀ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਲੋਕੇਸ਼ਨ ਨੂੰ ਲੱਭਦੇ ਹੋਏ ਇਸ ਜਗ੍ਹਾ ਤੇ ਪਹੁੰਚੇ ਤੇ ਕਾਫੀ ਸਮਾਂ ਉਹਨਾਂ ਨੇ ਬਤੀਤ ਕੀਤਾ। ਤੇ ਉਸ ਤੋਂ ਬਾਅਦ 'ਚ ਕੁਝ ਯਾਦਾਂ ਵੀ ਭਾਈ ਸਾਹਿਬ ਨੇ ਉਹਨਾਂ ਤਾਜ਼ੀਆਂ ਕੀਤੀਆਂ, ਜਿਹੜੀਆਂ ਕਿ ਮੈਂ ਇਸ ਟਾਈਮ ਤੇ ਨਹੀਂ ਦੱਸ ਸਕਦਾ, ਪਰ ਆਉਣ ਵਾਲੇ ਸਮੇਂ ਦੇ ਆਪਾਂ ਰੂਬਰੂ ਤੁਹਾਡੇ ਵੀ ਹੁੰਦੇ ਰਵਾਂਗੇ ਤੇ ਸੰਗਤ ਨੂੰ ਵੀ ਦੱਸਦੇ ਰਵਾਂਗੇ। ਉਹ ਬਟਾਲੇ ਤੋਂ ਵੀਰ ਪਹੁੰਚੇ, ਹੋਰ ਕਈ ਸ਼ਖਸੀਅਤਾਂ ਜਿਹੜੀਆਂ ਕਿ ਸਮੇਂ-ਸਮੇਂ ਤੇ ਫੋਨ ਕਰਕੇ ਸਾਨੂੰ ਪੁੱਛਦੀਆਂ ਕਿ ਉਹ ਕਿਹੜੀ ਲੋਕੇਸ਼ਨ ਹੈਗੀ ਆ, ਉਹ ਕਿਹੜੀ ਜਗ੍ਹਾ ਹੈਗੀ ਆ। ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ ਕਿ ਇਸ ਟਾਈਮ ਦੇ ਉੱਤੇ ਵੇਰਕੇ ਤੋਂ ਜਿਹੜਾ ਕਿ ਗੁਰਦਾਸਪੁਰ ਨੂੰ ਪਠਾਨਕੋਟ ਨੂੰ ਹਾਈਵੇ ਆ, ਉਸ ਤੋਂ ਬਿਲਕੁਲ ਥੋੜ੍ਹੀ ਦੂਰ ਵੇਰਕੇ ਮਤਲਬ ਕਿ ਜਿਹੜਾ ਹਾਈਵੇ ਆ ਉਹ ਥੋੜ੍ਹਾ ਅੱਗੇ ਆਣ ਕੇ ਅੰਮ੍ਰਿਤਸਰ ਤੋਂ ਤੇ ਬਿਲਕੁਲ ਖੱਬੇ ਪਾਸੇ ਇੱਕ ਲੋਕੇਸ਼ਨ ਆ ਜਿੱਥੇ ਭਾਈ ਸਾਹਿਬ ਦੇ ਅੰਤਿਮ ਸੰਸਕਾਰ ਹੋਏ ਸੀ। ਅੰਤਿਮ ਦਰਸ਼ਨ ਵੀ ਕਹਿ ਲਈਏ ਤਾਂ ਅਤਕਥਨੀ ਕੋਈ ਨਹੀਂ ਕਿ ਅਕਾਲ ਚੈਨਲ ਦੀ ਪੂਰੀ ਟੀਮ ਨੇ ਅੰਤਿਮ ਦਰਸ਼ਨ ਵੀ ਕੀਤੇ ਸੀ। ਉਸ ਦਿਨ ਵੀ ਭਾਈ ਸਾਹਿਬ
ਅਮਤੇਸ਼ਵਰ ਜੀ, ਜਿਹੜੇ ਕਿ ਬਾਰ-ਬਾਰ ਰੋ ਰਹੇ ਸੀ, ਗੱਲਬਾਤ ਨਹੀਂ ਸੀ ਹੋ ਰਹੀ, ਪਰ ਸੰਗਤ ਦੇ ਰੂਬਰੂ ਕਰਾਉਣ ਦਾ ਸਾਡਾ ਜੋ ਉਪਰਾਲਾ ਸੀ ਉਹ ਸਫਲ ਹੋਏ ਸੀ। ਕਿਉਂਕਿ ਕੁਝ ਗੱਲਾਂ ਹੁੰਦੀਆਂ ਵਾ ਜਿਹੜੀਆਂ ਕਿ ਮੀਡੀਆ ਥਰੂ ਇਹ ਦੱਸ ਸਕਦੇ ਆ, ਸ਼ਾਇਦ ਉਸ ਟਾਈਮ ਦੇ ਉੱਤੇ ਕੋਈ ਪਰਿਵਾਰ ਦਾ ਸਦੱਸ ਵੀ ਨਹੀਂ ਸੀ ਇੱਥੇ ਪਹੁੰਚਿਆ। ਕੁਝ ਮੈਂਬਰ ਸੀ, 2 ਜਾਂ 3, ਇੱਕ ਸੱਜਣ, ਇੱਕ ਵੀਰ ਨਾਲ ਹੋਰ ਸੀ, ਉਹਨਾਂ ਨੇ ਭਾਰੀ ਜਹਿਦ ਕੀਤੀ। ਵੀਰ ਜੀ ਨੇ ਜਦੋਂ ਗੱਲਬਾਤ ਕੀਤੀ ਤੇ ਉਸ ਟਾਈਮ ਦਾ ਅਸੀਂ ਹਾਲ ਬਿਆਨ ਨਹੀਂ ਕਰ ਸਕਦੇ, ਤੁਸੀਂ ਆਪ ਹੀ ਦੇਖਿਆ ਸੀ। 25 ਤੋਂ 30 ਹਜ਼ਾਰ ਉਸ ਟਾਈਮ ਤੇ ਜਿਹੜਾ ਕਿ ਫੇਸਬੁੱਕ ਲਾਈਵ ਮਾਧਿਅਮ ਰਾਹੀਂ ਤੁਸੀਂ ਸਾਨੂੰ ਦੇਖਿਆ, ਤੇ ਲੱਖਾਂ ਦੀ ਤਾਦਾਦ ਦੇ ਵਿੱਚ ਅਕਾਲ ਚੈਨਲ ਤੇ ਸੰਸਕਾਰ ਬਾਰੇ ਤੁਸੀਂ ਜਦੋਂ ਸੁਣਿਆ ਤੇ ਉਸ ਮਾਧਿਅਮ ਨਾਲ ਜੁੜੇ ਤੁਸੀਂ। ਅੱਜ ਫਿਰ ਉਸ ਲੋਕੇਸ਼ਨ ਤੇ ਆ ਭਾਈ ਸਾਹਿਬ ਨਾਲ 2 ਮਿੰਟ ਵਾਸਤੇ ਅਮਤੇਸ਼ਵਰ ਜੀ ਨਾਲ ਗੱਲਬਾਤ ਕਰਾਂਗੇ। ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਆਇਆ, ਕਿਉਂਕਿ ਯਾਦਾਂ ਤਾਜ਼ੀਆਂ ਹੁੰਦੀਆਂ, ਰੋਜ਼ਾਨਾ ਸਵੇਰੇ ਸ਼ਾਮ ਯਾਦ ਕਰਦੇ ਹੋਣਗੇ। ਜਦੋਂ ਹਸਪੀਟਲ ਨੂੰ ਚੱਲੇ ਸੀ ਨਾ, ਉਦੋਂ ਦੀ ਇੱਕ ਵੀਡੀਓ ਆਉਂਦੀ ਆ, ਉਹ ਵੀਡੀਓ ਵੇਖ ਕੇ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਭਾਈ ਸਾਹਿਬ ਨੇ ਸ਼ਾਇਦ ਤੋਂ ਬਾਅਦ ਵਾਪਸ ਨਹੀਂ ਆਉਣਾ ਤੇ ਇਸ ਜਗ੍ਹਾ ਤੇ ਪਹੁੰਚ ਜਾਣਾ। ਉਸ ਵੀਡੀਓ ਤੋਂ ਅੰਦਾਜ਼ਾ ਨਹੀਂ ਸੀ ਲੱਗਦਾ, ਪਰ ਕੀ ਹੋਇਆ ਅੰਦਰ ਖਾਤੇ ਅਜੇ ਤੱਕ ਉਹ ਬੁਝਾਰਤ ਬਣੀ ਹੈਗੀ ਆ। ਕਾਫੀ ਜਦੋਜਹਿਦ ਕੀਤੀ ਗਈ, ਤੇ ਜੇ ਭਾਈ ਸਾਹਿਬ ਦੇ ਦੂਜੇ ਸੱਜਣ ਸੀ ਜਿਹੜੇ ਨਾਲ, ਉਹਨਾਂ ਨੂੰ ਵੀ ਕਰੋਨਾ ਪੋਜ਼ਿਟਿਵ ਜ਼ਰੂਰ ਦੱਸਿਆ ਗਿਆ, ਪਰ ਮੀਡੀਆ ਨੇ ਬਹੁਤ ਜਦੋਜਹਿਦ ਕੀਤੀ। ਦਾਸ ਵੀ ਅਗਲੇ ਦਿਨ ਉੱਥੇ ਸੀ ਜਦੋਂ ਭਾਈ ਸਾਹਿਬ ਦਾ ਸੰਸਕਾਰ ਹੋਇਆ। ਭਾਈ ਸਾਹਿਬ ਦੇ ਨਾਲ ਜਿਹੜੇ ਵੀਰ ਆਪਣੀਆਂ ਸੇਵਾਵਾਂ ਦਿੰਦੇ ਸੀ, ਉਹਨਾਂ ਨੂੰ ਵੀ ਕਰੋਨਾ ਪੋਜ਼ਿਟਿਵ ਕਹਿ ਦਿੱਤਾ ਗਿਆ, ਪਰ ਉਹ ਨੈਗੇਟਿਵ ਆਏ ਆ। ਪਰ ਕਿਉਂ ਭਾਈ ਸਾਹਿਬ ਹੀ ਕਰੋਨਾ ਪੋਜ਼ਿਟਿਵ ਆਏ, ਕਿਉਂ ਉਹਨਾਂ ਦੀ ਡੈਥ ਹੋਈ, ਇੱਕ ਬੁਝਾਰਤ ਬਣ ਕੇ ਰਹਿ ਚੁੱਕਾ। ਜਦੋਜਹਿਦ ਬਹੁਤ ਕੀਤੀ ਜਾ ਰਹੀ ਆ। ਅਮਤੇਸ਼ਵਰ ਨਾਲ ਲਗਾਤਾਰ ਫੋਨ ਤੇ ਰਾਬਤਾ ਕਾਇਮ ਰਿਹਾ ਤੇ ਅੱਜ ਫਿਰ ਜੁੜੇ ਹੈਗੇ ਆ। ਭਾਈ ਸਾਹਿਬ ਦੀਆਂ ਭਾਵਨਾਵਾਂ ਆਪਾਂ ਸਮਝ ਸਕਦੇ ਹਾਂ ਕਿ ਉਹ ਨਾਮੀ ਸ਼ਖਸੀਅਤ ਜਿਨ੍ਹਾਂ ਨੂੰ ਹਰ ਕੋਈ ਪਿਆਰ ਕਰਦਾ ਸੀ, ਇਕੱਲੇ ਦੇਸ਼ ਦੀ ਗੱਲ ਨਹੀਂ ਕਰਦੇ, ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਅਕਾਲ ਚੈਨਲ ਵੇਖਿਆ ਜਾਂਦਾ ਸੀ, ਲੱਖਾਂ ਦਰਸ਼ਕਾਂ ਨੇ ਅੰਤਿਮ ਸੰਸਕਾਰ ਤੋਂ ਬਾਅਦ ਦੇ ਵਿੱਚ ਫੋਨ ਕਰਕੇ ਵੀ ਹਮਦਰਦੀ ਪ੍ਰਗਟ ਕੀਤੀ ਸੀ, ਜਿਹੜਾ ਕਿ ਸੁਨੇਹੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਪਰਿਵਾਰ ਤੱਕ ਪਹੁੰਚਾ ਰਹੇ ਸੀ ਅਸੀਂ। ਤੇ ਅੱਜ ਅਮਤੇਸ਼ਵਰ ਵੀਰ ਨਾਲ ਹੈਗੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ? ਅੱਜ ਕਾਫੀ ਸਮੇਂ ਬਾਅਦ ਫਿਰ ਉਸ ਜਗ੍ਹਾ ਤੇ ਆਪਾਂ ਇਕੱਠੇ ਹੋਏ ਆ। ਉਸ ਦਿਨ ਆਪਾਂ ਤੁਹਾਨੂੰ ਲਾਈਵ ਦਰਸ਼ਨ ਸੰਗਤ ਨੇ ਕੀਤੇ ਸੀ, ਅੱਜ ਫਿਰ ਉਸ ਜਗ੍ਹਾ ਤੇ। ਉਸ ਤੋਂ ਬਾਅਦ ਮੈਂ ਕਾਫੀ ਵਾਰ ਆਇਆ ਆਪਣੇ ਪਰਿਵਾਰ ਨਾਲ, ਵਾਈਫ ਨਾਲ, ਬੇਟੇ ਨਾਲ। ਔਰ ਅੱਜ ਮੇਰੇ ਨਾਲ ਮੇਰੇ ਰਿਸ਼ਤੇਦਾਰ ਨੇ, ਕੁਝ ਦੋਸਤ ਮਿੱਤਰ ਨੇ ਨਾਲ ਆਏ ਨੇ। ਲੋਕਡਾਊਨ ਦਾ ਕਰਕੇ ਕੋਈ ਆ ਨਹੀਂ ਸਕਦਾ ਸੀਗਾ, ਤੇ ਮੈਨੂੰ ਕਾਫੀ ਦਿਨਾਂ ਤੋਂ ਕਹਿ ਰਿਹਾ ਸੀ, ਮਨ ਮੇਰਾ ਵੀ ਬਹੁਤ ਕਰ ਰਿਹਾ ਸੀ ਆਉਂਦਾ। ਮੈਂ ਹੁਣ ਇਸ ਟਾਈਮ ਲੋਹੀਆਂ ਡਿਸਟ੍ਰਿਕਟ ਜਲੰਧਰ ਤੋਂ ਆ ਰਿਹਾ ਹਾਂ, ਤੇ ਬੜੇ ਦਿਨਾਂ ਤੋਂ ਮਨ ਕਰੇ, ਲੇਕਿਨ ਕੁਝ ਪ੍ਰੋਬਲਮ ਹੋਣ ਕਰਕੇ ਨਹੀਂ ਆ ਰਿਹਾ। ਜਿਹੜੀ ਪ੍ਰੋਬਲਮਸ ਇਹ ਕਿ ਲੋਕੀ ਦੂਰੋਂ ਸੰਗਤ, ਪ੍ਰੇਮੀ, ਰਿਸ਼ਤੇਦਾਰ, ਦੋਸਤ ਮਿੱਤਰ ਉਹਨਾਂ ਦੇ ਘਰ ਆਉਣਾ ਸ਼ੁਰੂ ਹੋਏ ਨੇ, ਅਫਸੋਸ ਵਾਸਤੇ ਲੋਹੀਆਂ ਘਰ, ਤੇ ਫਿਰ ਉਹਨਾਂ ਨੂੰ ਵੀ ਟਾਈਮ ਦੇਣਾ ਪੈਂਦਾ ਫਿਰ, ਤੇ ਇਸ ਕਰਕੇ ਬੜੇ ਦਿਨਾਂ ਬਾਅਦ ਅੱਜ ਆਇਆ। ਮੈਂ ਬਹੁਤ ਦਿਨ ਤੋਂ ਮਨ ਕਰਦਾ ਸੀ ਆਉਣ ਦਾ, ਬੜਾ ਹੌਸਲਾ ਕਰਕੇ ਆਇਆ ਕਿ ਸ਼ਬਦ ਨਹੀਂ ਹੈ ਮੇਰੇ ਕੋਲ। ਯਾਦਾਂ ਹੁੰਦੀਆਂ ਜਿਹੜੀਆਂ ਅਮਿਟ ਸਾਪ ਛੱਡ ਜਾਂਦੀਆਂ ਵਾ। ਉਦਣ ਦੀ ਵੀ ਯਾਦ ਇਹੋ ਜਿਹੀ ਆ ਕਿ ਜਿਹੜੀ ਮੈਨੂੰ ਲੱਗਦੀ ਤੁਸੀਂ ਪਰਿਵਾਰ ਤੌਰ ਤੇ ਵੱਖਰੀ ਗੱਲ ਹੈਗੀ ਆ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਮੈਂ ਵੀ ਜਦੋਂ ਯਾਦ ਕਰਦਾ ਤੇ ਇੱਕ ਕਰੋਨਾ ਦੀ ਮਹਾਮਾਰੀ ਕਾਰਨ ਅਸੀਂ ਵੀ ਉਹ ਚੀਜ਼ ਨਹੀਂ ਭੁੱਲ ਸਕਦੇ, ਕਿਉਂਕਿ ਅਸੀਂ ਸੜਕ ਤੇ ਖੜੇ ਸੀ, ਤੁਸੀਂ ਇਸ ਜਗ੍ਹਾ ਦੇ ਉੱਤੇ ਸੀ, ਕੁਝ ਕਦਮ ਦੀ ਦੂਰੀ ਦੇ ਉੱਤੇ। ਜਦੋਂ ਅੱਖਾਂ ਦੇ ਵਿੱਚ ਅਥਰੂ ਤੁਹਾਡੇ ਵਗਦੇ ਸੀ ਨਾ, ਤੇ ਅਹਿਸਾਸ ਹੁੰਦਾ ਸੀ ਕਿ ਇਹ ਕਿਹੋ ਜਿਹੀ ਮਹਾਮਾਰੀ ਆ ਜਿਹਨੇ ਇੱਕ ਤੇ ਸਾਡੇ ਕੋਲ ਭਾਈ ਸਾਹਿਬ ਨੂੰ ਖੋਹ ਲਿਆ, ਤੇ ਦੂਜਾ ਪਰਿਵਾਰਕ ਤੌਰ ਤੇ ਜਾਂ ਰਿਸ਼ਤੇਦਾਰੀ ਤੌਰ ਤੇ ਇੱਥੇ ਕੋਈ ਪਹੁੰਚ ਨਹੀਂ ਸਕਦਾ। ਬੜੀ ਮੁਸ਼ਕਲ ਹਾਲਾਤ ਸੀ, ਕੇਵਲ ਤੁਹਾਨੂੰ ਹੀ ਝੱਲਣੀ ਪਈ ਸੀ। ਉਸ ਟਾਈਮ ਦੇ ਉੱਤੇ ਵੀ ਬੜੇ ਮੁਸ਼ਕਲ ਦੇ ਹਾਲਾਤ ਸਨ। ਹਾਂਜੀ ਬਿਲਕੁਲ ਜੀ, ਹਾਲਾਤ ਤਾਂ ਜਿਸ ਤਰ੍ਹਾਂ ਦੇ ਉਦੋਂ ਸੀਗੇ ਹੁਣ ਵੀ ਸੇਮ ਉਸ ਤਰ੍ਹਾਂ ਦੇ ਹਾਲਾਤ ਨੇ, ਕਿਉਂਕਿ ਇਸ ਤਰ੍ਹਾਂ ਦੀ ਸ਼ਖਸੀਅਤ ਦਾ ਜਾਣਾ, ਸਾਡੇ ਪਿਤਾ ਜੀ ਇੱਕ ਵਰਲਡ ਫੇਮਸ ਗੁਰੂ ਘਰ ਦੇ ਕੀਰਤਨੀਏ, ਪੰਥ ਰਤਨ, ਪਦਮ ਸ਼੍ਰੀ, ਉਹਨਾਂ ਦਾ ਜਾਣਾ, ਇਹ ਸਾਡੇ ਲਈ ਬਹੁਤ ਵੱਡੀ ਗੱਲ ਆ। ਬਹੁਤ ਜ਼ਿਆਦਾ ਸਦਮਾ ਅਸੀਂ ਬਰਦਾਸ਼ਤ ਨਹੀਂ ਅਜੇ ਵੀ ਕਰ ਪਾ ਰਹੇ ਜੀ। ਮਤਲਬ ਪਰਿਵਾਰ ਵਿੱਚ ਤੁਸੀਂ ਆ ਕੇ ਦੇਖੋ ਅਜੇ ਕੀ ਹਾਲਾਤ ਹੋਏ ਨੇ। ਉਹਨਾਂ ਦੀ ਮਾੜੀ ਜੀ ਵੀ ਕੰਨ 'ਚ ਕੋਈ ਆਵਾਜ਼ ਪੈਂਦੀ ਹੈ ਨਾ ਸ਼ਬਦ ਦੀ ਜਾਂ ਕੋਈ ਵੀ ਬੋਲ, ਸਾਡੀ ਹਾਲਤ ਇਹੋ ਜਿਹੀ ਹੋ ਜਾਂਦੀ, BP ਡਾਊਨ ਹੋ ਜਾਂਦਾ ਵਾ, ਹਾਰਟ ਬੀਟ ਇੰਨੀ ਹੋ ਜਾਂਦੀ ਹੈ, ਖਰਾਬ ਹਾਲਤ ਹੋ ਜਾਂਦੀ ਆ ਕਿ ਮਤਲਬ ਅਸੀਂ ਇੱਕ ਦੂਜੇ ਨੂੰ ਅਸੀਂ ਮਤਲਬ ਝੂਠੇ ਚੁੱਪ ਕਰਵਾਉਂਦੇ ਉਸ ਟਾਈਮ 'ਤੇ ਅਸੀਂ। ਪਰ ਸਾਨੂੰ ਪਤਾ ਮਤਲਬ ਅਸੀਂ ਕਿਹੋ ਜਿਹੇ ਹਾਲਾਤਾਂ 'ਚ ਹੁਣ ਵੀ ਜਾ ਰਹੇ ਹਾਂ। ਪਿਤਾ ਜੀ ਤੋਂ ਬਗੈਰ ਬਹੁਤ ਔਖਾ ਜੀ ਜੀਣਾ, ਬਹੁਤ ਜ਼ਿਆਦਾ। ਕਦੀ ਇਸ ਤਰ੍ਹਾਂ ਸੋਚਿਆ ਵੀ ਨਹੀਂ ਸੀ ਕਿ ਇਸ ਤਰੀਕੇ ਨਾਲ ਉਹ ਜਾਣਗੇ, ਉਹਨਾਂ ਦੀ ਜੋ ਲਾਸਟ ਉਹਨਾਂ ਦਾ ਜੋ ਟਾਈਮ ਹੈਗਾ ਉਹ ਸਾਨੂੰ ਇਸ ਤਰੀਕੇ ਨਾਲ ਅਲਵਿਦਾ ਕਹਿਣਗੇ। ਔਰ ਮੇਰੇ ਹੱਥਾਂ 'ਚ ਉਹਨਾਂ ਦੀ ਜਾਨ ਨਿਕਲੀ। ਮੈਨੂੰ ਪਤਾ ਮੈਂ ਖੋਲ ਸੀ ਉਸ ਟਾਈਮ 'ਤੇ ਕਿਸ ਤਰੀਕੇ ਨਾਲ ਮਤਲਬ ਮੈਂ ਉਹਨਾਂ ਨੂੰ ਸਾਂਭਿਆ, ਜਾਂ ਮੈਂ ਉਹਨਾਂ ਦੀ ਸੇਵਾ ਵੀ ਨਹੀਂ ਕਰ ਪਾਇਆ। ਸਾਨੂੰ ਉਹਨੇ ਆਪਣੀ ਸੇਵਾ ਕਰਾਉਣ ਦਾ ਮੌਕਾ ਨਹੀਂ ਦਿੱਤਾ ਜੀ ਉਹਨਾਂ ਨੇ। ਇੱਕ ਗਿਲਾ ਸੀ ਭਾਈ ਸਾਹਿਬ ਦਾ ਵੀ, ਮੈਨੂੰ ਲੱਗਦਾ ਉਹ ਸਦਾ ਹੀ ਰਹੂਗਾ, ਉਹ ਸਰਕਾਰਾਂ ਪ੍ਰਤੀ ਵੀ ਰਹੂਗਾ। ਉਹ ਭਾਵੇਂ ਕੇਂਦਰ ਸਰਕਾਰਾਂ ਹੋਣ, ਭਾਵੇਂ ਪੰਜਾਬ ਸਰਕਾਰਾਂ ਹੋਣ, ਸਾਡਾ ਪ੍ਰਸ਼ਾਸਨ ਹੋਵੇ। ਇੱਕ ਗਿਲਾ ਭਾਈ ਸਾਹਿਬ ਦਾ, ਇੱਕ ਉਹ ਜਿਹੜੀ ਫੋਨ ਕਾਲਸ ਆਈ ਸੀ, ਵੱਡਾ ਗਿਲਾ ਸੀ। ਉਸ ਗਿਲੇ ਤੇ ਵੀ ਗੱਲਬਾਤ ਚੱਲੀ ਬਾਅਦ 'ਚ? ਕੋਈ ਗੱਲਾਂ ਚੱਲ ਰਹੀਆਂ ਸਾਰੀਆਂ, ਅਸੀਂ ਖੁਦ ਨਹੀਂ ਮੈਂਟਲੀ ਜਾਂ ਫਿਜ਼ੀਕਲੀ ਪ੍ਰਪੇਅਰ ਹੀ ਨਹੀਂ ਹੈਗੇ ਜੀ।
ਗੱਲ ਤਾਂ ਚੱਲ ਰਹੀ ਆ, ਸਭ ਪੁੱਛਗਿੱਛ ਹੋ ਰਹੀ ਆ। ਸਰਕਾਰ ਸਾਨੂੰ ਜਸਟਿਸ ਲੈ ਕੇ ਦੇਗੀ। ਸਾਨੂੰ ਮਾਣ ਹੈ ਸਰਕਾਰ ਦੇ, ਪ੍ਰਸ਼ਾਸਨ ਤੇ ਔਰ ਸੰਗਤ ਤੇ। ਸੰਗਤ ਸਾਡੇ ਨਾਲ ਆ, ਸੰਗਤ ਜੁੜੀ ਹੋਈ ਸਾਡੇ ਨਾਲ ਦਿਲੋਂ। ਸਿਰਫ ਉਹਨਾਂ ਦੀ ਵੀ ਇਹ ਮਜਬੂਰੀ ਲੋਕਡਾਊਨ ਦਾ ਕਰਕੇ, ਆਲ ਓਵਰ ਵਰਲਡ 'ਚ ਲੋਕਡਾਊਨ ਆਉਣ ਕਰਕੇ ਇੰਟਰਨੈਸ਼ਨਲ ਫਲਾਈਟਸ ਬੰਦ ਆ, ਘੱਟ ਚੱਲੀਆਂ ਜੇ, ਤਾਂ ਨਹੀਂ ਲੋਕ ਆ ਰਹੇ। ਨੇ ਤਾਂ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਗਤ ਨੇ ਖੜਨਾ ਸੀ। ਇੱਥੇ ਵੀ ਲੋਕੀ ਪਾਕਿਸਤਾਨ ਤੋਂ, ਲੋਕੀ ਪਸ਼ਾਵਰ ਤੋਂ, ਹੋਰ ਜਗ੍ਹਾ ਤੋਂ ਲੋਕੀ ਇੱਥੇ ਆਉਣ ਨੂੰ ਤਿਆਰ ਨੇ, ਕਿ ਸਿਰਫ ਮਜਬੂਰੀ ਉਹਨਾਂ ਦੀ ਕਿ ਨਹੀਂ ਆ ਸਕਦੇ, ਪਰ ਅੰਦਰੋਂ ਸਾਡੇ ਨਾਲ ਬਹੁਤ ਦਿਲੋਂ ਲੋਕੀ ਜੁੜੇ ਹੋਏ ਨੇ। ਤੇ ਬਸ ਅੱਜ ਵੀ ਇਹੀ ਬਸ ਫੁੱਲਾਂ ਦੀ ਸ਼ਰਧਾਂਜਲੀ ਦੇਣੀ ਸੀ ਪਿਤਾ ਜੀ ਨੂੰ। ਇੱਥੇ ਆ ਕੇ ਬੜੇ ਦਿਨਾਂ ਤੋਂ ਮਨ ਕਰ ਰਿਹਾ ਸੀ, ਬਾਹਰੋਂ ਵੀ ਭੈਣ ਭਰਾ ਸਭ ਕਹਿ ਰਹੇ ਸੀ ਕਿ ਉੱਥੇ ਜਾ ਕੇ ਆਓ। ਉਹ ਤਾਂ ਨਹੀਂ ਆ ਸਕਦੇ, ਪਰ ਤੁਸੀਂ ਜਾ ਕੇ ਸਾਨੂੰ ਫੋਟੋਆਂ ਵੀਡੀਓ ਬਣਾ ਕੇ ਭੇਜੋ। ਉੱਥੇ ਫੁੱਲ ਭੇਟਾ ਕਰਕੇ, ਉੱਥੇ ਫੁੱਲ ਚੜਾ ਕੇ, ਉਹ ਫਾਦਰ ਸਾਹਿਬ ਦੇ ਜਿਹੜੀ ਜਿਸ ਜਗ੍ਹਾ 'ਤੇ ਫਾਦਰ ਸਾਹਿਬ ਦਾ ਸੰਸਕਾਰ ਕੀਤਾ, ਉਹ ਜਗ੍ਹਾ ਪਵਿੱਤਰ ਹੋ ਗਈ ਆ। ਔਰ ਇੱਕ ਰੱਬੀ ਰੂਹ ਸੀਗੇ ਜੋ ਕਿ ਵਰਡ ਨਹੀਂ ਹੈਗੇ ਜੀ, ਮਤਲਬ ਕਿ ਉਹਨਾਂ ਦੀ ਕਿਸ ਤਰੀਕੇ ਨਾਲ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਾਂ। ਮਤਲਬ ਕਿ ਮੇਰੀ ਔਕਾਤ ਨਹੀਂ ਕਿ ਮੈਂ ਉਹਨਾਂ ਦੀ ਕੋਈ ਕਿਸੇ ਤਾਰੀਫ ਕਰਨ ਦੇ ਮੈਂ ਲਾਇਕ ਹੀ ਨਹੀਂ ਹੈਗਾ ਜੀ, ਜਿਸ ਤਰ੍ਹਾਂ ਦੀ ਉਹ ਸ਼ਖਸੀਅਤ ਸੀਗੇ। ਹਰ ਘਰ ਦੇ ਵਿੱਚ ਜੇ ਗੱਲ ਕੀਤਾ ਜਾਵੇ ਤੇ ਉਸ ਦਿਨ ਇੱਕ ਸ਼ੋਕ ਸੀ, ਜਦੋਂ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਨਾ। ਤੇ ਇੰਨੀ ਕੁ ਫੋਨ ਕਾਲ ਸੀ ਕਿ ਜਦੋਂ ਸ਼ਾਮ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋਈ ਸੀ, ਉਹ ਤੋਂ ਬਾਅਦ 'ਚ ਇੱਕ ਹਮਦਰਦੀ ਪ੍ਰਗਟ ਕੀਤੀ ਗਈ ਸੀ। ਵਾਹਿਗੁਰੂ ਕਿਰਪਾ ਕਰੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਰਾਜੇ ਆ। ਤੁਹਾਨੂੰ ਵੀ ਬਲ ਬਖਸ਼ੇ ਵਾਹਿਗੁਰੂ ਇਹ ਭਾਣਾ ਮੰਨਣ ਦਾ, ਕਿਉਂਕਿ ਯਾਦਾਂ ਹਮੇਸ਼ਾ ਹੀ ਤਾਜ਼ੀਆਂ ਰਹਿਣੀਆਂ। ਤੇ ਇਹ ਉਹ ਲੋਕੇਸ਼ਨ ਮੈਂ ਦੁਬਾਰਾ ਦੱਸਦਾ ਜਾਵਾਂ, ਇਹ ਲੋਕੇਸ਼ਨ ਹੈਗੀ ਆ ਜਿੱਥੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਇਸ ਜਗ੍ਹਾ ਤੇ ਨਤਮਸਤਕ ਹੋਣ ਵਾਸਤੇ ਉਹਨਾਂ ਦਾ ਪਰਿਵਾਰ ਆਇਆ ਵਾ, ਭਾਈ ਅਮਤੇਸ਼ਵਰ ਸਿੰਘ ਆਏ ਹੈਗੇ ਆ। ਆਪਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਸ ਦਿਨ ਲਾਈਵ ਤੁਸੀਂ ਅਕਾਲ ਚੈਨਲ ਦੇ ਮਾਧਿਅਮ ਨਾਲ ਦੇਖਿਆ ਸੀ। ਉਸੇ ਲੋਕੇਸ਼ਨ ਤੇ ਆ ਵੇਰਕੇ ਦੇ ਵਿੱਚ ਜਗ੍ਹਾ ਹੈਗੀ ਆ, ਹਾਈਵੇ ਦੇ ਪਿੱਛੇ ਵੇਖ ਸਕਦੇ ਆ। ਅੱਜ ਕਿਤੇ ਗੱਡੀਆਂ ਦੇਖ ਰਹੀਆਂ ਵਾ, ਉਦੋਂ ਇੰਨੀ ਕੁ ਸ਼ਾਂਤੀ ਪਸਰੀ ਹੋਈ ਸੀ ਕਿ ਮੈਨੂੰ ਲੱਗਦਾ ਜਿੰਨਾ ਚਿਰ ਭਾਈ ਸਾਹਿਬ ਦਾ ਅੰਤਿਮ ਸੰਸਕਾਰ ਹੋਇਆ ਸੀ, ਕੇਵਲ 2-4 ਗੱਡੀਆਂ ਪ੍ਰਸ਼ਾਸਨ ਦੀਆਂ ਤੇ 1-2 ਗੱਡੀਆਂ ਮੀਡੀਆ ਤੋਂ ਇਲਾਵਾ ਕੋਈ ਵੀ ਨਹੀਂ ਸੀ। ਪਰਿਵਾਰ ਤੌਰ ਤੇ ਵੀਰ ਅਮਤੇਸ਼ਵਰ ਤੱਕ ਪਹੁੰਚੇ ਸੀ ਤੇ ਬੜਾ ਮੁਸ਼ਕਲ ਹਾਲਾਤ ਦੇ ਵਿੱਚੋਂ ਸਾਰਾ ਪਰਿਵਾਰ ਗੁਜ਼ਰਿਆ ਸੀ, ਕਿਉਂਕਿ ਅੰਤਿਮ ਦਰਸ਼ਨ ਵੀ ਨਹੀਂ ਸੀ ਕੀਤੇ ਜਾ ਸਕੇ। ਗਿਲਾ ਸੀ, ਉਹ ਗਿਲਾ ਵੀ ਸ਼ਾਇਦ ਉਹ ਸਾਰੀ ਉਮਰ ਹੀ ਰਹੂਗਾ। ਉਹ ਪ੍ਰਸ਼ਾਸਨ ਨਾਲ ਵੀ ਗਿਲਾ ਕੀਤਾ। ਰਾਤ ਨੂੰ ਭਾਈ ਸਾਹਿਬ ਨੇ ਉਹ ਸਮਾਂ ਜਿਹੜਾ ਹੈਗਾ ਵਾ, ਜਦੋਂ ਵੀ ਯਾਦ ਆਉਂਦਾ ਵਾ, ਉਹ ਭਾਈ ਸਾਹਿਬ ਦਾ ਦਿਲ ਤੇ ਕੰਬਦਾ ਹੀ ਹੋਊਗਾ। ਤੇ ਮੈਨੂੰ ਲੱਗਦੀ ਰੂਹ ਸਾਡੀ ਵੀ ਕੰਬਣੋਂ ਨਹੀਂ ਰਹਿ ਸਕਦੀ, ਕਿਉਂਕਿ ਲਾਸਟ ਜਿਹੜੀ ਇਸ ਲੋਕੇਸ਼ਨ ਦੇ ਉੱਤੇ ਅੰਤਿਮ ਦਰਸ਼ਨ ਕਰਵਾਏ ਸੀ, ਉਸ ਟਾਈਮ ਅਕਾਲ ਚੈਨਲ ਦੀ ਪੂਰੀ ਟੀਮ ਇੱਥੇ ਸੀ, ਹੋਰ ਪਰਿਵਾਰ ਉਹਨਾਂ ਦੇ ਨਾਲ ਹੈਗਾ। ਹੋਰ ਗੱਲ ਸੰਗਤਾਂ ਨਾਲ ਸਾਰੇ ਜਿੱਥੋਂ ਤੱਕ ਵੀ ਸੰਗਤਾਂ ਦੇਖ ਰਹੀਆਂ, ਮੈਂ ਉਹਨਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਮੇਰੇ ਪਿਤਾ ਜੀ ਦੀ ਜੋ ਆਖਰੀ ਖਵਾਇਸ਼ ਸੀ ਨਾ। ਉਹਨਾਂ ਨੇ ਲਗਭਗ ਸਾਲ 1.5 ਸਾਲ ਪਹਿਲਾਂ ਸਾਨੂੰ ਸਾਰੇ ਪਰਿਵਾਰ ਨੂੰ ਬਿਠਾ ਕੇ ਗੱਲ ਬੋਲੀ ਸੀ ਕਿ ਬੇਟਾ ਅਸੀਂ ਕੋਈ ਸ਼ਹਿਰੋਂ ਬਾਹਰ ਜਗ੍ਹਾ ਪਲਾਨ ਕਰ ਰਹੇ ਸੀ ਰਹਿਣ ਵਾਸਤੇ, ਕਿ ਉਹ ਨੇਚਰ ਨੂੰ ਬਹੁਤ ਲਾਈਕ ਨੇਚਰ ਬਹੁਤ ਪਸੰਦ ਸੀ ਉਹਨਾਂ ਨੂੰ। ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਉਹਨਾਂ ਨੂੰ ਉਹ ਚਾਹੁੰਦੇ ਸੀ ਕਿ ਸ਼ਹਿਰੋਂ ਬਾਹਰ ਇੱਕ ਅੱਛੇ ਵਾਤਾਵਰਣ 'ਚ ਘਰ ਲਿਆ ਜਾਵੇ ਔਰ ਉੱਥੇ ਆਪਣੀ ਆਰਗੈਨਿਕ ਖੇਤੀ ਕੀਤੀ ਜਾਵੇ ਔਰ ਆਪਣਾ ਹੀ ਸਭ ਕੁਝ ਸਬਜ਼ੀ ਭਾਜੀ ਬੀਜੀ ਜਾਵੇ ਮਾਲੀ ਰੱਖ ਕੇ, ਔਰ ਉਹੀ ਖਾਇਆ ਜਾਵੇ। ਅਤੇ ਯੋਗਾ ਬੜੀ ਕਰਦੇ ਸੀਗੇ, ਉਹ 2-2 ਘੰਟੇ ਯੋਗਾ ਕਰਦੇ ਸੀਗੇ, ਹੈਲਥ ਕੌਨਸ਼ੀਅਸ ਬਹੁਤ ਜ਼ਿਆਦਾ ਸੀਗੇ। ਉਹਨਾਂ ਨੇ ਸਾਨੂੰ ਸਾਰੇ ਪਰਿਵਾਰ ਨੂੰ ਬਿਠਾ ਕੇ ਗੱਲ ਬੋਲੀ ਸੀਗੀ ਕਿ ਤੁਸੀਂ ਬੇਟਾ ਜਦੋਂ ਵੀ ਮੈਂ ਇਸ ਦੁਨੀਆ ਤੋਂ ਜਾਵਾਂ, ਮੇਰਾ ਅੰਤਿਮ ਸਮਾਂ ਜਦੋਂ ਹੋਏਗਾ ਔਰ ਮੇਰਾ ਸੰਸਕਾਰ ਤੁਸੀਂ ਜਿਹੜੀ ਜਗ੍ਹਾ 'ਤੇ ਆਪਾਂ ਘਰ ਬਣਾਉਣਾ, ਉਸ ਜਗ੍ਹਾ ਦੇ ਅੰਦਰ ਹੀ ਮੇਰਾ ਸੰਸਕਾਰ ਕਰਕੇ ਔਰ ਮੇਰੀ ਉੱਥੇ ਹੀ ਜਗ੍ਹਾ ਬਣਾ ਦਿਓ। ਜੇ ਮੈਨੂੰ ਨਾ ਕਿਤੇ ਜਗ੍ਹਾ ਮਿਲੇ ਤਾਂ ਮੈਨੂੰ ਘਰੇ ਰੱਖ ਲਿਓ। ਇਹ ਉਹਨਾਂ ਨੇ ਆਪਣੇ ਵੱਲੋਂ ਇਹ ਵਰਡ ਬੋਲੇ ਸੀ। ਔਰ ਸਾਨੂੰ ਅਜੇ ਵੀ ਮਤਲਬ ਉਹ ਜਿਹੜੇ ਵਰਡਸ ਉਹਨਾਂ ਦੇ ਯਾਦ ਆਉਂਦੇ ਨੇ ਔਰ ਸਾਨੂੰ ਇੰਨਾ ਪਰੇਸ਼ਾਨ ਕਰਦੇ ਨੇ। ਅਸੀਂ ਇੰਨਾ ਅਪਸੈਟ ਹੋ ਜਾਂਦੇ ਕਿ ਡੈਡੀ ਜੀ ਨੇ ਗੱਲਾਂ ਕਿਉਂ ਬੋਲੀਆਂ, ਕੀ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਸੀ ਜਾਂ ਕੀ ਉਹਨਾਂ ਨੂੰ ਫੀਲ ਹੋ ਰਿਹਾ ਸੀ। ਫਿਰ ਲੋਕਾਂ ਨੂੰ ਜੋ ਉਹਨਾਂ ਨੇ ਪ੍ਰਚਾਰ ਕੀਤਾ ਜਾਂ ਲੋਕਾਂ ਨੂੰ ਜੋ ਸੰਦੇਸ਼ ਪਹੁੰਚਾਇਆ ਕਿ ਜਾਤ ਪਾਤ ਧਰਮ ਕੁਛ ਨਹੀਂ ਹੈਗਾ ਜੀ, ਸਭ ਰਲ ਕੇ ਰਹੋ, ਜਾਤਾਂ ਪਾਤਾਂ 'ਚ ਕੁਛ ਨਹੀਂ ਰੱਖਿਆ ਹੋਇਆ, ਸਭ ਧਰਮ ਇੱਕ ਹੈਗੇ ਆ। ਬੜੇ ਲੋਕਾਂ ਨੂੰ ਜੋੜਿਆ। ਅਲੱਗ-ਅਲੱਗ ਕੰਟਰੀਆਂ ਜਾ ਕੇ ਜੇ ਕਿਸੇ ਪਰਿਵਾਰ ਵਿੱਚ ਕਿਸੇ 'ਚ ਕੋਈ ਲੜਾਈ ਝਗੜਾ ਚੱਲਦਾ ਸੀ, ਉਹਨਾਂ ਨੂੰ ਜੋੜਦੇ ਸੀ ਉਹ, ਈਵਨ ਕਿ ਘਰ ਵਿੱਚ ਵੀ। ਉਹਦਾ ਮੈਨੂੰ ਲੱਗਦਾ ਕਿ ਜੇ ਤੁਹਾਡੇ ਪਰਿਵਾਰ ਦੇ ਨਹੀਂ ਗੱਲ, ਉਹ ਸਾਰੀ ਮਤਲਬ ਕਿ ਸਿੱਖ ਕੌਮ ਨੂੰ ਹੀ ਆਪਣਾ ਪਰਿਵਾਰ ਮੰਨ ਚੁੱਕੇ ਸੀ। ਤੇ ਜੇ ਮੈਂ ਉਦੋਂ ਦੀ ਗੱਲ ਕਰਾਂ, ਜਦੋਂ ਭਾਈ ਸਾਹਿਬ ਦਾ ਸੰਸਕਾਰ ਰੋਕਿਆ ਗਿਆ ਸੀ, ਮਾਫ ਕਰਨਾ, ਉਹ ਗੱਲ ਉਹੀ ਫਿਰ ਵਾਪਸ ਵੇਰ ਕੇ ਲਿਆਉਂਦੀ ਆ। ਪਰ ਉਸ ਟਾਈਮ ਦੇ ਉੱਤੇ ਜਿੰਨੀ ਕੁ ਫੋਨ ਕਾਲ ਆਈ ਸੀ ਨਾ, ਮੈਂ ਉਹ ਬਿਆਨ ਨਹੀਂ ਕਰ ਸਕਦਾ ਵੀਰ ਜੀ। ਉਹ ਜੰਮੂ ਤੋਂ ਹੋਵੇ, ਉਹ ਪੰਜਾਬ ਤੋਂ ਹੋਵੇ, ਇਸ ਤੱਕ ਕਿ ਯੂਪੀ ਤੋਂ ਵੀ ਫੋਨ ਕਾਲ ਜਦੋਂ ਸਾਨੂੰ ਆਈਆਂ ਸੀ, ਹਰ ਕੋਈ ਪਤਾ ਕੀ ਕਹਿ ਰਿਹਾ ਸੀ ਕਿ ਸਾਡੇ ਕੋਲ ਲੈ ਆਓ,
ਕੋਈ ਕਹਿੰਦਾ ਸੀ ਕਿ ਸਾਡੇ ਘਰ ਦੇ ਵਿੱਚ ਲਾਏ ਹੋਏ ਇੱਥੇ ਅੰਤਿਮ ਸੰਸਕਾਰ ਕਰਦੇ ਆ, ਕਿਉਂਕਿ ਉਹ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਅਮਿਟ ਸਾਹਬ ਛੱਡ ਚੁੱਕੇ ਸੀ, ਹਰ ਇੱਕ ਨਾਲ ਪਿਆਰ ਕਰਦੇ ਸੀ। ਤੇ ਉਹ ਲੋਕੇਸ਼ਨ, ਉਹ ਭਾਵੇਂ ਬੰਬੇ ਦੀ ਸੀ, ਉਹ ਭਾਵੇਂ ਯੂਪੀ ਦੀ ਸੀ, ਉਹ ਜੰਮੂ ਕਸ਼ਮੀਰ ਦੀ ਸੀ, ਉਹ ਭਾਵੇਂ ਪੰਜਾਬ ਦੀ ਸੀ। ਤੇ ਇੱਥੋਂ ਤੱਕ ਵੀਰ ਜੀ ਇੱਕ ਅੰਮ੍ਰਿਤਸਰ ਤੋਂ ਇੱਕ ਵੀਰ ਦਾ ਫੋਨ ਆਇਆ ਸੀ, ਉਹਦੀ ਥੋੜੀ ਜਗ੍ਹਾ, ਕਹਿੰਦਾ ਕਿ ਮੇਰੇ ਕੋਲ ਥੋੜੀ ਜਗ੍ਹਾ ਹੈਗੀ ਆ, ਮੈਂ ਆਪਣਾ ਘਰ-ਬਾਰ ਦੇਣ ਵਾਸਤੇ ਤਿਆਰ ਹਾਂ। ਕਿਉਂਕਿ ਜਦੋਂ ਤੁਸੀਂ ਘਰ ਦੀ ਗੱਲ ਕੀਤੀ ਆ, ਹਰ ਕੋਈ ਪਿਆਰ ਕਰਦਾ ਸੀ। ਮੈਨੂੰ ਖੁਦ ਨੂੰ ਲੋਕਾਂ ਦੀਆਂ 2 ਤਰੀਕ ਨੂੰ ਇੰਨੀਆਂ ਕਾਲ ਆਈਆਂ ਕਿ ਬੇਟਾ ਜੀ ਮੇਰੇ ਕੋ ਮੈਂ 10 ਕਿੱਲੇ ਮੇਰੇ ਇੱਕ ਪੈ ਨੇ, ਮੈਂ ਉਹਦੇ ਜਗ੍ਹਾ ਵਿੱਚ ਭਾਈ ਸਾਹਿਬ ਦਾ ਸੰਸਕਾਰ ਕਰੋ, ਮੈਂ ਜਗ੍ਹਾ ਡੋਨੇਟ ਕਰ ਦਿਓ, ਔਰ ਭਾਈ ਸਾਹਿਬ ਦੇ ਉੱਤੇ ਇਤਿਹਾਸਿਕ ਜਗ੍ਹਾ ਐਸੀ ਬਣਾਈ ਜਾਵੇਗੀ, ਅਸੀਂ ਬਣਵਾਵਾਂਗੇ ਨਾਲ ਲੱਗ ਕੇ। ਔਰ ਕਈਆਂ ਲੋਕਾਂ ਦੀਆਂ ਕਾਲ ਆਈਆਂ ਕਿ ਮੇਰੇ ਘਰ ਸੰਸਕਾਰ ਕਰੋ, ਮੇਰੇ ਵਿਹੜੇ 'ਚ ਸੰਸਕਾਰ ਕਰੋ, ਕਿ ਅਸੀਂ ਆਪਣੇ ਆਪ ਨੂੰ ਕਰਮਾਂ ਭਾਗਾਂ ਵਾਲੇ ਸਮਝਾਂਗੇ ਕਿ ਇਹੋ ਜਿਹੀ ਸ਼ਖਸੀਅਤ ਦਾ ਸਾਡੇ ਘਰ ਵਿੱਚ ਸੰਸਕਾਰ ਹੋਇਆ। ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਫਾਦਰ ਸਾਹਿਬ ਨੇ ਗੱਲ ਬੋਲੀ ਸੀ ਕਿ ਮੇਰਾ ਸੰਸਕਾਰ ਤੁਸੀਂ ਉਸ ਜਗ੍ਹਾ ਦੇ ਅੰਦਰ ਕਰਕੇ ਉੱਥੇ ਮੇਰੀ ਜਗ੍ਹਾ ਬਣਾ ਦਿਓ, ਜੇ ਨਾ ਮੈਨੂੰ ਜਗ੍ਹਾ ਮਿਲੀ ਤਾਂ ਮੈਨੂੰ ਘਰੇ ਰੱਖ ਲਿਓ। ਇਹ ਵੇਖ ਲਓ ਜਿਹੜੇ ਸ਼ਬਦ ਉਹਨਾਂ ਨੇ ਬੋਲੇ, ਉਹੀ ਚੀਜ਼ ਕੁਦਰਤ ਨੇ ਮਤਲਬ ਕਿ ਮੁੜ ਕੇ ਉਹਨਾਂ ਨਾਲ ਉਹ ਕੀਤੀ। ਉਹਨਾਂ ਦੇ ਮੂੰਹੋਂ ਗੱਲਾਂ ਨਿਕਲਣੀਆਂ ਸੀਗੀਆਂ, ਸ਼ਬਦ ਨਿਕਲਣੇ ਸੀਗੇ, ਔਰ ਉਹਨਾਂ ਦੇ ਇੱਕ ਫਰੈਸ਼ ਜਗ੍ਹਾ 'ਤੇ ਸੰਸਕਾਰ ਹੋਣੇ। ਜਿੱਥੇ ਸੰਸਕਾਰ ਹੈ ਉਹ ਪਵਿੱਤਰ ਜਗ੍ਹਾ ਬਣ ਗਈ, ਇੱਕ ਨਵੀਂ ਜਗ੍ਹਾ 'ਤੇ ਸੰਸਕਾਰ ਹੋਣਾ ਸੀਗਾ। ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀ, ਜਿਵੇਂ ਉਹਨਾਂ ਨੇ ਸਾਨੂੰ ਕਿਹਾ ਸੀ, ਐਜ਼ ਇਟ ਇਜ਼ ਉਸੇ ਤਰੀਕੇ ਨਾਲ ਸੰਸਕਾਰ ਹੋਇਆ। ਤੇ ਇੱਥੇ ਕੁਝ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਵਿੱਚ ਕੁਝ ਸੋਚਿਆ ਕੀ ਕੀਤਾ ਜਾਊਗਾ ਇਸ ਜਗ੍ਹਾ ਦੇ ਉੱਤੇ? ਅਸੀਂ ਇਤਿਹਾਸਿਕ ਜਗ੍ਹਾ ਤਾਂ ਬਣਾਵਾਂਗੇ, ਔਰ ਨਾਲ ਮਿਊਜ਼ਿਕ ਅਕੈਡਮੀ ਬਣਾਵਾਂਗੇ, ਨਾਲ ਗੁਰਦੁਆਰਾ ਸਾਹਿਬ ਇੱਥੇ ਬਣਾਵਾਂਗੇ। ਔਰ ਕੋਸ਼ਿਸ਼ ਹੈ ਸਾਡੀ 100% ਕਿ ਜਿਹੜੇ ਗਰੀਬ ਪਰਿਵਾਰ ਕਿਸੇ ਵੀ ਧਰਮ ਕਿਸੇ ਵੀ ਜਾਤੀ ਨਾਲ ਉਹ ਸੰਬੰਧਿਤ ਹੋਣ, ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ, ਕਿ ਮਤਲਬ ਨਹੀਂ ਮਾਨਸ ਕੀ ਜਾਤ ਸਭੇ ਹੈ ਕਿ ਪਹਿਚਾਨ। ਇਹਦੇ ਵਿੱਚ ਕੀ ਹੈ ਕਿ ਇਹ ਪਿਤਾ ਜੀ ਦੀ ਵੀ ਸੋਚ ਸੀਗੀ ਕਿ ਇੱਥੇ ਅਸੀਂ ਇਹੋ ਜਿਹਾ ਕੋਈ ਕਨਸੈਪਟ ਲੈ ਕੇ ਆਈਏ ਕਿ ਜਿਹਦੇ ਵਿੱਚ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਮਤਲਬ ਪੜ੍ਹਾਇਆ ਜਾਵੇ, ਉਹ ਵੱਡੇ ਹੋ ਕੇ IPS PCS ਹੋ ਕੇ ਬਣ ਕੇ ਇੱਥੋਂ ਨਿਕਲਣ, ਔਰ ਉਹਨਾਂ ਦੀ ਵੀ ਮਤਲਬ ਕਿ ਨਾਂ ਬਣੇ ਦੁਨੀਆ 'ਚ, ਔਰ ਮਿਹਨਤ ਕਰਕੇ ਮਤਲਬ ਇਸ ਤਰੀਕੇ ਨਾਲ ਉਹਨੂੰ ਟ੍ਰੇਨ ਕੀਤਾ ਜਾਏਗਾ, ਇਸ ਤਰੀਕੇ ਨਾਲ ਉਹਨਾਂ ਦੀ ਪੜ੍ਹਾਈ ਇੱਥੇ ਹੋਏਗੀ। ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਤਲਬ ਨਾ ਇੱਥੇ ਜੀ। ਈਸ਼ਵਰ ਜੀ, ਲੋਕੇਸ਼ਨ ਤੋਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਕਾਲ ਚੈਨਲ ਵੱਲੋਂ, ਵਿਦੇਸ਼ਾਂ ਦੇ ਵਿੱਚ ਆਵਾਜ਼ ਬੁਲੰਦ ਕਰਨ ਵਾਸਤੇ ਅਕਾਲ ਚੈਨਲ ਹਮੇਸ਼ਾ ਤੁਹਾਡੇ ਨਾਲ ਆ। ਸੰਗਤ ਤੱਕ ਤੁਹਾਡਾ ਸੁਨੇਹਾ ਪਹੁੰਚਾਉਣ ਵਾਸਤੇ ਅਕਾਲ ਚੈਨਲ ਤੁਹਾਡੇ ਨਾਲ ਆ। ਸਾਡੇ ਨਾਲ ਸਾਰੀ ਸੰਗਤ ਜੁੜੀ ਹੋਈ ਹੈ ਜੀ। ਮੈਂ ਬਸ 2 ਸ਼ਬਦ ਬੋਲ ਕੇ ਫਿਰ ਭਾਈ ਸਾਹਿਬ ਜੀ ਇੱਧਰ ਜੇਠੂ ਵਾਲੇ ਭਾਈ ਸਾਹਿਬ ਜੀ ਬਲਵਿੰਦਰ ਸਿੰਘ ਬੋਲਣਗੇ, ਨਿਰਮਲ ਸਿੰਘ ਬੋਲਣਗੇ। ਇਹ ਨਿਰਮਲ ਸਿੰਘ ਜੇਠੂ ਵਾਲੇ ਢਾਡੀ ਜਿੱਥੇ ਜਿਨ੍ਹਾਂ ਨੇ ਉਸ ਟਾਈਮ 'ਤੇ ਨਾਲ ਸੰਸਕਾਰ ਕਰਵਾਇਆ, ਔਰ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਕਸ਼ਮੀਰ ਸਿੰਘ PhD, ਔਰ ਇਹ ਵੀ ਉਸ ਦਿਨ ਇੱਥੇ ਆਏ ਨੇ ਜਦੋਂ ਸੰਸਕਾਰ ਹੋਣ ਤੋਂ ਅਗਲੇ ਦਿਨ ਇਹਨਾਂ ਨੇ ਆਣ ਕੇ ਸਾਰਾ ਇੱਥੇ ਸਰਚ ਇਨਵੈਸਟੀਗੇਸ਼ਨ ਕੀਤੀ ਜਾਂ ਆਪਣੇ ਤੌਰ 'ਤੇ, ਔਰ ਦੱਸੇ ਵੀ ਜਗ੍ਹਾ ਕਿਸੇ ਦੀ ਹੈ, ਪੰਚਾਇਤੀ ਜਗ੍ਹਾ ਨਹੀਂ ਹੈਗੀ। ਚਲੋ ਖੈਰ ਵੇਰਕਾ ਵਾਲੇ ਨੇ ਸਾਡੇ ਨਾਲ ਕੋਆਰਡੀਨੇਟ ਕਰ ਰਹੇ ਆ, ਸਹਿਯੋਗ ਦੇ ਰਹੇ ਕਿ ਹਾਂ ਤੁਹਾਨੂੰ ਜਗ੍ਹਾ ਅਸੀਂ ਡੋਨੇਟ ਕਰ ਰਹੇ ਹਾਂ ਭਾਈ ਸਾਹਿਬ ਨੂੰ, ਔਰ ਕੁਛ ਵੀ ਉਹਨਾਂ ਦੀ ਫੈਮਿਲੀ ਕੁਛ ਵੀ ਇੱਥੇ ਬਣਾ ਸਕਦੀ ਹੈ, ਚਾਹੇ ਮਿਊਜ਼ਿਕ ਅਕੈਡਮੀ ਬਣਾਵੇ, ਚਾਹੇ ਟਰਸਟ ਬਣਾਉਣ, ਚਾਹੇ ਕੁਛ ਵੀ ਇੱਥੇ ਭਾਈ ਸਾਹਿਬ ਦੀ ਯਾਦ ਵਿੱਚ ਬਣਾ ਸਕਦੀ ਹੈ। ਔਰ ਅਸੀਂ ਤਾਂ ਨਹੀਂ, ਸਾਡੀ ਤਾਂ ਕੋਈ ਔਕਾਤ ਨਹੀਂ, ਅਸੀਂ ਕੁਛ ਇਕੱਲੇ ਕਰ ਵੀ ਨਹੀਂ ਸਕਦੇ। ਸਾਰਾ ਵਰਲਡ ਸਾਡੇ ਨਾਲ ਜੁੜਿਆ ਹੋਇਆ ਵਾ। ਸੰਗਤ ਸਾਡੇ ਨੂੰ ਬਾਰ-ਬਾਰ ਬਾਹਰੋਂ ਫੋਨ ਆ ਰਹੇ ਕਿ ਤੁਸੀਂ ਦੱਸੋ ਕਦੋਂ ਅਸੀਂ ਕੰਮ ਸਟਾਰਟ ਕਰਵਾਈਏ, ਕਦੋਂ ਟਰਸਟ ਇੱਥੇ ਬਣਾਉਣਾ ਸ਼ੁਰੂ ਕਰੀਏ, ਭਾਈ ਸਾਹਿਬ ਦੀ ਫੈਮਿਲੀ ਟਰਸਟ ਚਲਾਵੇ, ਅਸੀਂ ਡੋਨੇਟ ਕਰਾਂਗੇ ਪੈਸਾ। ਅਸੀਂ ਆ ਕੇ ਚਲਾ ਤਾਂ ਨਹੀਂ ਸਕਦੇ, ਪਰ ਅਸੀਂ ਚਾਹੁੰਦੇ ਕਿ ਭਾਈ ਸਾਹਿਬ ਨੂੰ ਦੀ ਇਸ ਤਰੀਕੇ ਨਾਲ ਯਾਦਗਿਰੀ ਬਣਾਈ ਜਾਵੇ ਕਿ ਰਹਿੰਦੀ ਦੁਨੀਆ ਤੱਕ ਯਾਦ ਰਵੇ, ਔਰ ਬੱਚੇ ਇੱਥੋਂ ਕੁਛ ਬਣ ਕੇ ਨਿਕਲਣ, ਔਰ ਮਾਣ ਫਕਰ ਕਰਾਂਗੇ ਅਸੀਂ ਵੀ, ਔਰ ਮਾਣ ਨਾਲ ਕਹਿ ਸਕਣ ਕਿ ਅਸੀਂ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਮਿਊਜ਼ਿਕ ਅਕੈਡਮੀ 'ਚੋਂ ਉੱਥੋਂ ਬਣ ਕੇ ਅਸੀਂ ਕੁਛ ਨਾ ਕੁਛ ਨਿਕਲੇ ਹਾਂ। ਧੰਨਵਾਦ ਜੀ। ਆਪਣੇ ਨਾਲ ਡਾਕਟਰ ਕਸ਼ਮੀਰ ਸਿੰਘ ਜੁੜ ਚੁੱਕਿਆ। ਡਾਕਟਰ ਸਾਹਿਬ ਥੋੜਾ ਅੱਗੇ ਆ ਜਾਓ। ਵੀਰ ਜੀ ਕੀ ਕਹਿਣਾ ਚਾਹੋਗੇ, ਅੱਜ ਤੁਸੀਂ ਵੀ ਉਸ ਜਗ੍ਹਾ ਤੇ ਪਹੁੰਚੇ ਹੋ, ਸ਼ਰਧਾ ਦੇ ਫੁੱਲ ਭੇਟ ਕਰ? ਪਹਿਲਾਂ ਤੇ ਮੈਂ ਸੰਗਤ ਦੇ ਨਾਲ ਤੁਹਾਡੇ ਮੀਡੀਅਮ ਰਾਹੀਂ ਸਾਰਿਆਂ ਨੂੰ ਦੇ ਨਾਲ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਜਿਸ ਦਿਨ ਇਹ ਘਟਨਾ ਵਾਪਰਦੀ ਆ, ਇਹ ਤੁਹਾਡਾ ਹੀ ਚੈਨਲ ਸੀਗਾ ਜਿਹਨੇ ਪੂਰੀ ਦੁਨੀਆ ਦੇ ਵਿੱਚ ਐਸੀ ਸ਼ਖਸੀਅਤ ਜਿਹੜੀ ਮੈਂ ਇਹਨੂੰ ਕਿਸੇ ਦੇਸ਼ ਵਿਦੇਸ਼ ਜਾਂ ਬੰਨਾਂ ਦੇ ਵਿੱਚ ਨਹੀਂ ਰੱਖ ਸਕਦਾ, ਇਹ ਯੂਨੀਵਰਸਲ ਜਿਹੜੀ ਸੀਗੀ ਇਹ ਸ਼ਖਸੀਅਤ ਬਣ ਚੁੱਕੇ ਸੀਗੇ। ਇਹ ਨਾ ਕਿਸੇ ਧਰਮ ਦੀ ਨਾ ਕਿਸੇ ਜਾਤ ਦੀ ਗੱਲ ਕਰਦੇ, ਮਾਨਵਤਾ ਦੀ ਇਹਨਾਂ ਨੇ ਗੱਲ ਕੀਤੀ। ਮੈਂ ਇੱਕ ਗੱਲ ਉਹਨਾਂ ਦੀ ਜਿਹੜੀ ਕਹਿਣੀ ਚਾਹਾਂਗਾ ਕਿ ਜਿਸ ਦਿਨ ਉਹਨਾਂ ਦਾ ਸੰਸਕਾਰ ਹੋਇਆ ਤਾਂ ਉਸ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੜੀਆਂ ਦੇ ਜਿੰਦਰੇ ਨਹੀਂ ਵੱਜੇ ਹੁੰਦੇ, ਪਰ ਕਮਾਲ ਦੀ ਗੱਲ ਇਹ ਹੋ ਗਈ ਵੀ ਉਹਨਾਂ ਦੇ ਆਪਣੇ ਵਾਰੀ ਹੀ ਮੜੀਆਂ ਨੂੰ ਜਿੰਦਰੇ ਵੱਜ ਗਏ। ਇਹ ਬੜੀ ਅਜੀਬ ਗੱਲ ਸੀਗੀ। ਦੂਸਰੀ ਗੱਲ ਮੈਂ ਇਹ ਜਿਹੜੀ ਕਹਿਣੀ ਚਾਹਾਂਗਾ ਤੁਹਾਡੇ ਮੀਡੀਅਮ ਰਾਹੀਂ, ਵੇਖੋ ਬਿਮਾਰੀਆਂ ਪਹਿਲਾਂ ਵੀ ਆਉਂਦੀਆਂ ਰਹੀਆਂ, ਬਿਮਾਰੀਆਂ ਅੱਜ ਵੀ ਨੇ ਤੇ ਬਿਮਾਰੀਆਂ ਆਉਂਦੀਆਂ ਵੀ ਰਹਿਣਗੇ। ਮੇਰੇ ਨਾਲ ਸਰਦਾਰ ਨਿਰਮਲ ਸਿੰਘ ਜੀ ਜੇਠੂਵਾਲ ਨੇ, ਇਹ ਵੀ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਉਸ ਦਿਨ ਇੱਥੇ ਸੰਸਕਾਰ ਕੀਤਾ ਜਦੋਂ ਇਸ ਵੇਲੇ ਅਮਤੇਸ਼ਵਰ ਇਕੱਲੇ ਸੀਗੇ।
ਮੇਰੇ ਨਾਲ ਸਰਦਾਰ ਧੰਨਾ ਸਿੰਘ ਸੀਗੇ। ਅਗਲੇ ਦਿਨ ਆ ਕੇ ਇੱਥੇ ਆਪਾਂ ਪੂਰੀ ਇਨਵੈਸਟੀਗੇਸ਼ਨ ਕੀਤੀ, ਕਿਉਂਕਿ ਕੁਝ ਜਿਹੜੇ ਤੁਹਾਡੇ ਚੈਨਲ ਸਮੇਤ ਕੁਝ ਚੈਨਲ ਇਹ ਕਹਿ ਰਹੇ ਸੀਗੇ ਵੀ ਇਹ ਜਿਹੜੀ ਜਗ੍ਹਾ ਹੈ ਇਹ ਕਿਸੇ ਪ੍ਰਾਈਵੇਟ ਵਿਅਕਤੀ ਦੀ ਹੈ, ਤੇ ਬਹੁਤ ਸਾਰੇ ਚੈਨਲ ਜਿਹੜੇ ਐਸੀ ਗੱਲ ਜਿਹੜੀ ਫੈਲਾ ਰਹੇ ਸੀ ਵੀ ਇਹ ਪੰਚਾਇਤੀ ਜਗ੍ਹਾ। ਤੇ ਇਸ ਕਰਕੇ ਸਾਨੂੰ ਜਿਹੜੀ ਇਹ ਗੱਲ ਵੇਖਣੀ ਚਾਹੀ ਵੀ ਇਹ ਗੱਲ ਜਿਹੜੀ ਆ ਇਹ ਸਹੀ ਕਹੀ ਤੇ ਗਲਤ ਕੀ ਆ। ਉਸ ਦਿਨ ਫਿਰ ਇਹ ਆੜ ਕੇ ਇਨਵੈਸਟੀਗੇਟ ਜਿਹੜੇ ਕੀਤਾ ਸੀ, ਆਪਾਂ ਕੋਸ਼ਿਸ਼ ਕੀਤੀ ਵੀ ਇਹ ਜਿਹੜੀ ਸੱਚ ਨੂੰ ਲੱਭਿਆ ਜਾਵੇ ਵੀ ਸੱਚ ਹੈ ਕੀ। ਮੇਰਾ ਉਹਨਾਂ ਦੇ ਨਾਲ ਨਿੱਜੀ ਪਿਆਰ ਸੀਗਾ। 2008-9 ਤੋਂ ਉਹਨਾਂ ਦੇ ਨਾਲ ਮੈਂ ਜੁੜਿਆ ਹੋਇਆ, ਸੈਮੀਨਾਰ ਦੇ ਵਿੱਚ ਮਿਲਦੇ ਸੀਗੇ। ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀਗੀ, ਜਿਹੜੀ ਗੱਲ ਕਰਨ ਦਾ ਉਹਨਾਂ ਦਾ ਲਹਿਜਾ, ਜਿਹੜਾ ਤਰੀਕਾ, ਜਿਹੜੀ ਭਾਵਨਾ ਸੀਗੀ ਉਹਨਾਂ ਦੀ, ਇਹ ਮੇਰਾ ਖਿਆਲ ਆ ਵੀ ਉਸ ਨੂੰ ਜੇਕਰ ਸਮਾਂ ਮਿਲਦਾ ਤੇ ਕਿਸੇ ਕਈ ਵਾਰ ਮੈਂ ਇਹੋ ਜਿਹਾ ਵੀ ਸੁਣਿਆ ਵੀ ਕਿ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਕਿਹਾ ਵੀ ਉਹ ਉਸ ਵੇਲੇ ਜਦੋਂ ਉਹਨਾਂ ਦਾ ਲਾਸਟ ਫੋਨ ਕਾਲ ਸੀਗਾ ਉਹ ਰੋ ਰਹੇ ਸੀਗੇ। ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਵੇਖੋ, ਉਹ ਗੁਰੂ ਦਾ ਸਿੱਖ ਸੀਗਾ, ਐਸਾ ਗੁਰੂ ਦਾ ਸਿੱਖ ਜਿਹੜਾ 84 ਦੇ ਵਿੱਚ ਨੇ ਡੋਲਿਆ ਤੇ 14 ਘੰਟੇ ਲਗਾਤਾਰ ਜਿਨ੍ਹਾਂ ਨੇ ਉੱਥੇ ਕੀਰਤਨ ਕੀਤਾ। ਤੇ ਜੇ ਫਾਇਰਿੰਗ ਹੋ ਰਹੀ ਸੀ, ਜੇ ਉਸ ਵੇਲੇ ਉਹ ਮੌਤ ਤੋਂ ਨਹੀਂ ਡਰਿਆ ਤੇ ਕੀ ਹੁਣ ਜਿਹੜਾ ਕਰੋਨਾ ਨੂੰ ਉਹਨਾਂ ਨੂੰ ਮੌਤ ਤੋਂ ਡਰਾ ਸਕਦਾ ਸੀ? ਨਿਊਜ਼ੀਲੈਂਡ ਤੋਂ ਇੱਕ ਸਾਥੀ ਨੇ, ਉਹ ਰੇਡੀਓ ਤੇ ਬੈਠ ਕੇ ਅੰਦਰ ਬੈਠ ਕੇ ਆਪਣੇ ਪ੍ਰਚਾਰ ਕਰਦੇ ਨੇ, ਇੰਨਾ ਝੂਠ ਬੋਲਦੇ ਨੇ, ਇੰਨਾ ਗਲਤ ਬੋਲਦੇ ਨੇ ਵੀ ਮੈਂ ਉਹਨਾਂ ਵਰਗਾ ਗਲਤ ਬੋਲ ਨਹੀਂ ਸਕਦਾ। ਮੇਰੇ ਕੋਲ ਉਹਨਾਂ ਵਰਗੇ ਸ਼ਬਦ ਨਹੀਂ ਹੈਗੇ ਜੋ ਕੁਝ ਉਹ ਬੋਲਦੇ ਨੇ। ਪਰ ਇੱਕ ਗੱਲ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਸਪਸ਼ਟ ਕਰ ਦੇਣੀ ਚਾਹੁੰਦਾ, ਨੇਕੀ ਨੂੰ, ਵੀ ਨੇਕੀ ਸਾਹਿਬ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਸੀ ਨਾ ਵੀ ਉਹ ਡਰਦੇ ਸੀਗੇ, ਉਹ ਮੌਤ ਕੋਲੋਂ ਡਰਨ ਵਾਲੇ ਨਹੀਂ ਸੀਗੇ। ਸੁਪਨਾ ਸੀ ਉਹਨਾਂ ਦਾ ਵੀ ਜਿਸ ਤਰ੍ਹਾਂ ਜਿਸ ਢੰਗ ਦੇ ਨਾਲ ਮੈਂ ਸੋਚਿਆ ਹੈ, ਜੋ ਮੈਂ ਕਰਨਾ ਚਾਹੁੰਦਾ ਹਾਂ, ਉਹ ਵਿਸਰ ਗਿਆ, ਉਹ ਮੇਰੇ ਤੋਂ ਵਿਸਰਿਆ, ਉਹ ਜਾ ਰਿਹਾ ਹੈ, ਉਹ ਮੈਂ ਕਰ ਨਹੀਂ ਪਾ ਰਿਹਾ। ਕਿਉਂਕਿ ਜੋ ਕੁਛ ਉਹ ਕਹਿਣਾ ਚਾਹੁੰਦੇ ਸੀ ਤੇ ਜੋ ਕੁਛ ਕਰਨਾ ਚਾਹੁੰਦੇ ਸੀਗੇ, ਮੈਂ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਵੀ ਵਿਚਰਦਾ ਰਿਹਾ, ਨਿੱਜੀ ਤੌਰ ਤੇ ਗੱਲਾਂ ਕਰਦਾ ਰਿਹਾ, ਸੈਮੀਨਾਰਸ ਦੇ ਵਿੱਚ ਇਕੱਠੇ ਹੁੰਦੇ ਰਹੇ ਹਾਂ। ਪਰ ਉਹ ਗੱਲਾਂ ਜਿਹੜੀਆਂ ਉਹ ਕਹਿੰਦੇ ਸੀਗੇ, ਇਸ ਕਰਕੇ ਉਹਨਾਂ ਦਾ ਰੋਣਾ ਮੌਤ ਕਰਕੇ ਨਹੀਂ, ਮੌਤ ਦੇ ਡਰ ਤੋਂ ਨਹੀਂ, ਰੋਣਾ ਇਹ ਸੀਗਾ ਵੀ ਜੋ ਕੁਛ ਬੰਦਾ ਕਰਨਾ ਚਾਹੁੰਦਾ ਉਹਨੂੰ ਤੇ ਅੱਧ-ਵੱਟ ਹੀ ਯਾਰ ਛੱਡ ਕੇ ਚਲਾ ਗਿਆ, ਜੇ ਕਰ ਜਾਵੇ ਫਿਰ ਦੁੱਖ ਨਹੀਂ ਹੁੰਦਾ। ਮੈਂ ਜਿਹੜੀ ਆ ਤੁਹਾਡੇ ਮੀਡੀਅਮ ਰਾਹੀਂ, ਚੈਨਲ ਰਾਹੀਂ ਇਹ ਗੱਲ ਜਿਹੜੀ ਫਿਰ ਇੱਕ ਮੈਸੇਜ ਹੈ ਦੁਨੀਆ ਨੂੰ ਵੀ ਜਿਹੜੀਆਂ ਬਿਮਾਰੀਆਂ ਇਹੋ ਜਿਹੀਆਂ ਨੇ, ਜੇ ਆਈਆਂ ਨੇ ਤੇ ਹੁਣ ਨੇ ਤੇ ਗਾਂ ਆਉਂਦੀਆਂ ਰਹਿਣਗੀਆਂ, ਪਰ ਮਾਨਵਤਾ ਦੀ ਗੱਲ ਜਿਹੜੀ ਹੈ ਉਹ ਅਮਾਨਵੀ ਗੱਲ, ਜਿਸ ਤਰ੍ਹਾਂ ਭਾਈ ਸਾਹਿਬ ਦੇ ਨਾਲ ਅਮਾਨਵੀ ਲਾਸਟ ਸਮੇਂ ਦੇ ਵਿੱਚ ਵਰਤਾਰਾ ਹੋਇਆ, ਐਸਾ ਜਿਹੜਾ ਵਰਤਾਰਾ ਉਹ ਨਾ ਹੋਵੇ। ਇਹ ਮੇਰੀ ਜਿਹੜੀ ਆ ਸਾਰੀ ਦੁਨੀਆ ਨੂੰ, ਸਾਰੀ ਦੁਨੀਆ ਦੇ ਭਾਈਚਾਰਿਆਂ ਨੂੰ ਇਹ ਜਿਹੜੀ ਆ ਬੇਨਤੀ ਆ ਵੀ ਇਹੋ ਜਿਹੀ ਬਿਮਾਰੀ ਕੋਈ ਵੀ ਆ ਜਾਵੇ, ਪਰ ਆਪਣਾ ਜਿਹੜੇ ਰਿਸ਼ਤੇ ਤੇ ਆਪਣਾ ਭਾਈਚਾਰਾ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ, ਉਸ ਤੋਂ ਡੋਲਣਾ ਨਹੀਂ ਚਾਹੀਦਾ। ਕਿ ਜੇ ਮਾਨਵਤਾ ਦੇ ਵਿੱਚ ਰਹੂਗੀ, ਜੇ ਭਾਈਚਾਰਾ ਰਹੇਗਾ ਤੇ ਦੁਨੀਆ ਰਹੂਗੀ। ਤੇ ਜੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜੇ ਮੈਂ ਬਚ ਗਿਆ ਤੇ ਬਾਕੀ ਪਤਾ ਨਹੀਂ ਕਿਸੇ ਨੇ ਰਹਿਣਾ ਕਿ ਨਹੀਂ ਰਹਿਣਾ, ਇਹ ਕਰਕੇ ਸੋਚੀਏ ਵੀ ਜੇ ਮਾਨਵਤਾ ਰਹੂਗੀ ਤੇ ਫਿਰ ਹੀ ਆਪਾਂ ਰਹਿ ਸਕਦੇ ਹਾਂ। ਇਹੀ ਮੇਰਾ ਜਿਹੜਾ ਮੈਸੇਜ ਆ। ਦੂਸਰੀ ਗੱਲ ਵੀ ਉਹਨਾਂ ਦਾ ਜੋ ਸੋਚ ਸੀਗੀ, ਜਿਵੇਂ ਅਮਿਤੇਸ਼ਵਰ ਜੀ ਨੇ ਦੱਸਿਆ ਤੇ ਬਾਕੀ ਵੀ ਸਾਥੀ ਦੱਸ ਰਹੇ ਨੇ ਜਾਂ ਕਹਿ ਰਹੇ ਨੇ ਜਾਂ ਇਹ ਵਿਚਾਰ ਬਣਾ ਰਹੇ ਵੀ ਜਿਵੇਂ ਪੂਰੀ ਦੁਨੀਆ ਦੇ ਵਿੱਚੋਂ ਸਹਿਯੋਗ ਦੀ ਗੱਲ ਆ ਰਹੀ ਆ, ਸਰਕਾਰ ਵੱਲੋਂ ਵੀ ਆ ਰਹੀ ਆ, ਵੇਰਕਾ ਨਿਵਾਸੀਆਂ ਵੱਲੋਂ ਵੀ ਆ ਰਹੀ ਆ, ਪ੍ਰਸ਼ਾਸਨ ਵੱਲੋਂ ਵੀ ਆ ਰਹੀ ਆ, SGPC ਵੱਲੋਂ ਵੀ ਆ ਰਹੀ ਆ, ਵੀ ਜਿੰਨੀਆਂ ਵੀ ਸੰਸਥਾਵਾਂ ਨੇ, ਜਿੰਨੇ ਵੀ ਦੇਸ਼ ਨੇ, ਜਿਹੜੇ ਦੇਸ਼ਾਂ ਦੇ ਵਿੱਚ ਭਾਈ ਸਾਹਿਬ ਜਾ ਕੇ ਆਏ ਤੇ ਜਿਨ੍ਹਾਂ ਥਾਵਾਂ ਤੇ ਉਹਨਾਂ ਦੀ ਆਵਾਜ਼ ਪਹੁੰਚੀ, ਉਹਨਾਂ ਥਾਵਾਂ ਦੇ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ। ਤੇ ਇਸ ਤਰ੍ਹਾਂ ਦੀ ਉਹਨਾਂ ਦੀ ਇੱਕ ਵਧੀਆ ਯਾਦਗਾਰ ਬਣਾਓ ਵੀ ਜਿਹੜੀ ਯਾਦਗਾਰ ਉਹਨਾਂ ਦੀ ਸੋਚ ਨੂੰ, ਜਿੰਦਾ ਉਹ ਸੋਚਦੇ ਸੀ ਉਸ ਤੋਂ ਵੀ ਅੱਗੇ ਲੈ ਕੇ ਜਾਵੇ। ਸੋ ਐਸੀ ਜਿਵੇਂ ਉਹਨਾਂ ਦਾ ਆਪਣਾ ਫੀਲਡ ਸੀਗਾ, ਉਹਦੇ ਵਿੱਚ ਕੋਈ ਵਧੀਆ ਅਕੈਡਮੀ, ਇੱਕ ਐਸਾ ਜਿਹੜੀਆਂ ਮਲਟੀ ਜਿਹੜੀਆਂ ਅਕੈਡਮੀ ਦੇ ਵਿੱਚ ਜਿਹੜੇ ਇਹੋ ਜਿਹੇ ਕਾਰਿਆਕਰਮ ਹੋਣ, ਇਹੋ ਜਿਹੇ ਸਿਲੇਬਸ ਹੋਣ ਵੀ ਜਿਹੜਾ ਬਹੁਤ ਉੱਚੇ ਲੈਵਲ ਤੱਕ, ਬਹੁਤ ਵਧੀਆ ਲੈਵਲ 'ਤੇ ਤੱਕ, ਜਿਵੇਂ ਇਹਨਾਂ ਨੇ ਆਲਰੇਡੀ ਗੱਲ ਕਰ ਹੀ ਦਿੱਤੀ ਹੈ, ਮੈਡੀਕਲ ਸਾਇੰਸਿਸ ਦੇ ਵਿੱਚ ਜਾ ਸਕਦੇ ਨੇ, ਕੰਪਿਊਟਰ ਸਾਇੰਸਿਸ ਦੇ ਵਿੱਚ ਜਾ ਸਕਦੇ ਨੇ, ਟੈਕਨੋਲੋਜੀ ਦੇ ਵਿੱਚ ਜਾ ਸਕਦੇ ਨੇ, ਫਿਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾ ਸਕਦੇ ਨੇ। ਉਹਨਾਂ ਦੇ ਐਸਾ ਜਿਹੜਾ ਮਾਹੌਲ, ਐਸੇ ਥਾਂ ਦੇ ਉੱਤੇ, ਇਸ ਥਾਂ ਦੇ ਉੱਤੇ ਰਹਿ ਕੇ ਜਿਹੜਾ ਉਹ ਸਾਰਿਆ ਜਾਣਾ ਚਾਹੀਦਾ ਵਾ, ਤੇ ਜਿਹਦੇ ਵੱਲੋਂ ਸਹਿਯੋਗ ਜਿਹੜਾ ਆ ਰਿਹਾ ਵਾ। ਤੇ ਸਾਨੂੰ ਆਸ ਆ ਪੂਰੇ ਸੰਸਾਰ ਦੇ ਭਾਈਚਾਰਿਆਂ ਵੱਲੋਂ, ਪੂਰੇ ਸੰਸਾਰ ਦੇ ਸਿੱਖਾਂ ਵੱਲੋਂ, ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਵੀ ਉਹ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਉਹ ਜ਼ਰੂਰ ਸਾਕਾਰ ਹੋਵੇਗਾ। ਇਹੀ ਮੇਰੀ ਜਿਹੜੀ ਆ ਤੁਹਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਨੂੰ ਮੇਰੀ ਬੇਨਤੀ ਹੈ ਕਿ ਜਿਵੇਂ ਹੀ ਇਹ ਕੰਮ ਸਟਾਰਟ ਹੁੰਦਾ, ਇੱਕ ਸੰਸਥਾ ਬਣਦੀ ਹੈ ਤੇ ਉਸ ਸੰਸਥਾ ਦਾ ਜਿਹੜਾ ਸਹਿਯੋਗ ਜਿਹੜਾ ਜ਼ਰੂਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਨਿਰਮਲ ਸਿੰਘ ਜੀ ਥੋੜਾ ਅੱਗੇ ਆ ਜਾਓ। ਵੀਰ ਜੀ, ਜੇ ਨਿਰਮਲ ਸਿੰਘ ਜੱਟੋਵਾਲ ਢਾਡੀ ਜਥਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਤੁਸੀਂ ਵੀ ਉਸ ਲੋਕੇਸ਼ਨ ਤੇ ਸੀ, ਇਸ ਜਗ੍ਹਾ ਤੇ ਉਦੋਂ ਵੀ ਸੀ, ਉਸ ਤੋਂ ਬਾਅਦ ਦੇ ਵਿੱਚ ਅੱਜ ਵੀ ਤੁਸੀਂ ਅੰਤਿਮ ਦਰਸ਼ਨਾਂ ਵਾਸਤੇ ਆਏ ਹੈਗੇ ਆ ਤੇ ਸ਼ਰਧਾ ਦੇ ਬੁੱਲ ਭੇਟ ਕਰ ਰਹੇ ਇੱਥੇ ਉੱਤੇ। ਕੀ ਕਹਿਣਾ ਚਾਹੋਗੇ ਉਦੋਂ ਦੀਆਂ ਯਾਦਾਂ ਜਦੋਂ ਆਉਂਦੀਆਂ ਹੈਗੀਆਂ ਵਾ ਕਿਤੇ ਨਾ ਕਿਤੇ ਝੰਜੋੜ ਕੇ ਸੁੱਟ ਦਿੰਦੇ? ਇਹ ਯਾਦਾਂ ਦੇ ਵਿੱਚ ਜੋੜ ਕੇ ਹਮੇਸ਼ਾ ਰੱਖਣਗੀਆਂ। ਤੁਹਾਡੇ ਚੈਨਲ ਦੇ ਰਾਹੀਂ ਦੁਨੀਆ ਭਰ ਦੇ ਲੋਕਾਂ ਨੇ ਵੇਖਿਆ ਔਰ ਵੇਖਦੇ ਰਹੇ। ਹੁਣ ਵੀ ਤੁਹਾਡੇ ਚੈਨਲ ਦੇ ਰਾਹੀਂ ਇਹੀ ਗੱਲਬਾਤ ਕਰ ਰਹੇ ਹਾਂ। 2 ਅਪ੍ਰੈਲ ਨੂੰ ਜੋ ਘਟਨਾ ਵਾਪਰੀ ਹੈ ਨਾ, ਅੱਜ ਜੀਟੀ ਰੋਡ ਦੇ ਉੱਪਰ ਸੁੰਨਸਾਨ ਪਈ ਸੀ। ਰਾਤ ਤਕਰੀਬਨ ਤੁਹਾਡੇ ਚੈਨਲ ਦੇ ਜਾਣ ਤੋਂ ਬਾਅਦ ਭਾਈ ਮਲਕੀਤ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਅਰਦਾਸ ਕਰਕੇ ਗਏ ਆ, ਅਸੀਂ ਲੋਕੇਸ਼ਨ ਲੱਭਦੇ ਮੇਰੇ ਨਾਲ ਭਾਈ ਚਰਨਜੀਤ ਸਿੰਘ ਜੀ ਸਰਕਾਰੀਆ ਸਨ। ਅਸੀਂ ਲੱਭਦੇ ਜਦੋਂ ਇੱਥੇ ਪਹੁੰਚੇ ਨਾ, ਉਦੋਂ ਇਕੱਲੇ ਹੀ ਭਾਈ ਸਾਹਿਬ ਦੇ ਬੇਟੇ ਸੀ ਤੇ ਸਾਡੇ ਜਦੋਂ ਅਸੀਂ ਪਹੁੰਚੇ ਨਾ ਥੋੜ੍ਹਾ ਹੌਸਲਾ ਵਧਿਆ। ਇੰਨਾ ਭਾਵਕ ਹੋਏ, ਅਸੀਂ ਵੀ ਭਾਵਕ ਹੋਏ। ਅਸੀਂ ਹੌਸਲਾ ਦਿੱਤਾ ਆਣ ਕੇ, ਪਰ 4 ਸਪੇਰੇ ਸੁੰਨ ਪਰਸੀ ਸੀ। ਕਿਸੇ ਦਾ ਪਿਤਾ ਦਾ ਸੰਸਕਾਰ ਹੁੰਦਾ ਵੇ ਜੰਗਲ ਦੇ ਵਿੱਚ, ਉਹਦੇ ਮਨ ਤੇ ਗੁਜ਼ਰਦੀ ਆ। ਨਿਰਮਲ ਸਿੰਘ ਜੀ, ਅਸੀਂ ਉਹ ਲੋਕੇਸ਼ਨ ਤੇ ਜਿੱਥੇ ਵੀਰ ਤੁਰੇ ਆਉਂਦੇ ਨਾ ਸ਼ਾਇਦ ਤੁਹਾਨੂੰ ਦਿਖਾਈ ਦੇ ਰਹੇ ਆ। ਸਾਰਾ ਪ੍ਰੋਗਰਾਮ ਜਿਹੜਾ ਕਿ ਸੰਗਤ ਨੂੰ ਲਾਈਵ ਦਿਖਾ ਲਿਆ ਸੀ, ਉਸ ਲੋਕੇਸ਼ਨ ਤੇ ਦਾਸ ਸੀ ਤੇ ਪੂਰੀ ਸਾਡੀ ਟੀਮ ਉਸ ਟਾਈਮ ਤੇ। ਇੱਕ ਚੰਗੇ ਭਾਗ ਸਾਡੇ ਵੀ ਕਹਿ ਸਕਦੇ ਹਾਂ ਤੇ ਅਕਾਲ ਚੈਨਲ ਦੇ, ਜਿੰਨਾ ਕਿ ਲਾਈਵ ਸੰਗਤ ਨੂੰ ਦਰਸ਼ਨ ਕਰਾਏ ਸੀ। ਇੱਕੋ ਇੱਕ ਚੈਨਲ ਅਕਾਲ ਚੈਨਲ ਸੀ ਉਸ ਟਾਈਮ ਦੇ ਉੱਤੇ, ਕੇਵਲ ਇੱਕ ਚੈਨਲ ਨੇ ਲਾਈਵ ਦਿਖਾ ਲਿਆ। ਇਹ ਬਹੁਤ ਵਧੀਆ ਜੀ, ਤੁਹਾਡੇ ਅਕਾਲ ਚੈਨਲ ਤੇ ਹੀ USA ਜਦੋਂ ਮੀਡੀਆ ਦੇ ਰਾਹੀਂ ਮੇਰੀ ਖਬਰ ਪਹੁੰਚੀ ਕਿ ਨਿਰਮਲ ਸਿੰਘ ਨੇ ਵੀ ਉਸ ਟਾਈਮ ਸੰਸਕਾਰ ਦੇ ਵਿੱਚ ਆਪਣਾ ਯੋਗਦਾਨ ਪਾਇਆ, ਤੇ ਉੱਥੋਂ ਮੈਨੂੰ ਕਾਲਸ ਆਈ ਸੀ, ਮੇਰੀ ਡਿਬੇਟ ਵੀ ਹੋਈ ਤੇ ਉਹਨਾਂ ਨੇ ਸਾਡਾ ਧੰਨਵਾਦ ਕੀਤਾ। ਧੰਨਵਾਦ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਦੋਂ ਲਾਹੌਰ ਵਿੱਚ ਗਏ, ਉੱਥੇ ਮਹਾਂਮਾਰੀ ਚੱਲੀ ਤੇ ਉਹਨਾਂ ਨੇ ਆਪਣੇ ਹੱਥੀਂ ਉੱਥੇ ਦੁਖੀਆਂ ਦੇ, ਉਹਨਾਂ ਗਰੀਬਾਂ ਦੇ ਜਾਂ ਜਿਹੜੇ ਬਿਮਾਰ ਸਨ ਸੇਵਾ ਕੀਤੀ। ਤੇ ਉਹ ਜੇ ਅਸੀਂ ਇਤਿਹਾਸ ਸਟੇਜਾਂ ਤੇ ਬਿਆਨ ਕਰਦੇ ਹਾਂ ਜਾਂ ਪੜ੍ਹਦੇ ਹਾਂ ਨਾ, ਉਦੋਂ ਸਾਡੇ ਅੰਦਰ ਰੂਹ ਉਹੋ ਜਿਹੀ ਪੈਦਾ ਹੁੰਦੀ ਹੈ। ਐਸੇ ਦਿਨ ਉਦੋਂ ਵੇਖਣ ਨੂੰ ਆਏ ਜਦੋਂ ਭਾਈ ਨਿਰਮਲ ਸਿੰਘ ਦਾ ਸੰਸਕਾਰ ਹੋ ਰਿਹਾ ਸੀ। ਇੱਥੇ ਪਹੁੰਚੇ ਅਸੀਂ, ਭਾਈ ਨਿਰਮਲ ਸਿੰਘ ਜੀ ਦੇ ਬੇਟੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਸਕਾਰ ਕੀਤਾ। ਤਕਰੀਬਨ ਰਾਤ ਦੇ 11 ਕੁ ਵੱਜ ਚੁੱਕੇ ਸਨ ਤੇ ਬਾਲਣ ਵੀ ਇੱਥੋਂ ਖਤਮ ਹੋ ਚੁੱਕਿਆ ਸੀ। ਫਿਰ ਅਸੀਂ ਕੁਝ ਆਪਣੇ SGPC ਦੇ ਜਿਵੇਂ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਜੀ ਮਹਿਤਾ ਜੀ ਖਾਲਸਾ ਜੀ, ਉਹਨਾਂ ਨਾਲ ਫੋਨ ਤੇ ਗੱਲ ਕੀਤੀ। ਉਹ ਆਂਦੇ ਵੀ ਕਰਦੇ ਆ ਪ੍ਰਬੰਧ। ਉਹਨਾਂ ਚਿਰ ਨੂੰ ਇੱਥੇ SPD ਸਰਦਾਰ ਹਰਪਾਲ ਸਿੰਘ ਜੀ ਪਹੁੰਚੇ ਆ। ਉਹਨਾਂ ਨੂੰ ਦੱਸਿਆ, ਉਹਨਾਂ ਕਹਿ ਲਗੇ ਵੀ ਹੋਰ ਕਿਤੋਂ ਬਾਲਣ ਮੰਗਵਾਉਣ ਦੀ ਜ਼ਰੂਰਤ ਨਹੀਂ। ਉਹਨਾਂ ਕਾਲ ਕੀਤੀ ਕਿਸੇ ਨੂੰ, 15 ਮਿੰਟਾਂ ਬਾਅਦ ਇੱਥੇ ਬਾਲਣ ਆ ਗਿਆ। ਫਿਰ ਅਸੀਂ ਬਾਲਣ ਸਾਰਾ ਜਿਹੜਾ ਦੁਬਾਰਾ ਰੱਖ ਕੇ ਤੇ ਭਾਈ ਸਾਹਿਬ ਦਾ ਸੰਸਕਾਰ ਕੀਤਾ। ਮੈਂ ਜ਼ਿੰਦਗੀ ਵਿੱਚ ਬੜੇ ਹੀ ਸੰਸਕਾਰ ਕੀਤੇ, ਪਰ ਪਤਾ ਨਹੀਂ ਕੀ ਇਹਨਾਂ ਨੂੰ ਦਵਾਈਆਂ ਲਾਈਆਂ ਸੀ, ਕੀ ਕੀਤਾ ਵੀ ਇੰਨਾ ਲੇਟ ਸੰਸਕਾਰ ਹੋਇਆ ਵੀ ਚੰਗੀ ਤਰ੍ਹਾਂ ਹੋ ਨਹੀਂ ਰਿਸਿਆ। 2 ਵਾਰਾਂ ਲੱਕੜਾਂ ਪਾਉਣ ਦੇ ਬਾਵਜੂਦ ਵੀ ਚੰਗੀ ਤਰ੍ਹਾਂ, ਜਦੋਂ 12:30 ਵਜੇ ਤਕਰੀਬਨ ਥੋੜ੍ਹਾ ਜਿਹਾ ਰਹਿ ਗਿਆ ਸੀ ਤੇ ਅਮਿਤੇਵ ਸ਼ਰ ਜੀ ਨੂੰ ਅਸੀਂ ਬੇਨਤੀ ਕੀਤੀ ਵੀ ਜਾਂ ਸਾਡੇ ਨਾਲ ਘਰ ਚਲ ਜਾਓ ਜਾਂ ਤੁਸੀਂ ਆਪਣੇ ਘਰ ਜਾਓ। ਆਪਣੇ ਘਰ ਚਲ ਗਏ। ਫਿਰ ਤਕਰੀਬਨ ਫਿਰ ਅੱਧਾ ਘੰਟਾ ਇੱਥੇ ਖੜੇ ਰਹੇ। ਅੱਧੇ ਘੰਟੇ ਬਾਅਦ ਅਸੀਂ ਸੰਸਕਾਰ ਜਦੋਂ ਪੂਰਾ ਹੋ ਗਿਆ ਤੇ ਅਸੀਂ ਬੇਨਤੀ ਕਰਕੇ ਸੰਗਤਾਂ ਨੂੰ ਆਪਣੇ ਮੋਬਾਈਲ ਦੇ ਰਾਹੀਂ, ਤੁਸੀਂ ਤੇ ਚਲ ਗਏ ਸੀ ਉਦੋਂ, ਬੇਨਤੀ ਕੀਤੀ ਕਿ ਕੱਲ੍ਹ 4 ਵਜੇ ਜਿਹੜੇ ਉਹਨਾਂ ਦੇ ਫੁੱਲ ਚੁਗੇ ਜਾਣਗੇ। ਫਿਰ ਆਣ ਕੇ ਫੁੱਲ ਵੀ ਚੁਗੇ। ਭਾਈ ਸਾਹਿਬ ਦੇ ਨਾਲ ਸੀ ਗੋਂਦਵਾਲ ਸਾਹਿਬ ਜਾ ਕੇ ਉਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਪਾਣੀ ਦੇ ਤੁਸੀਂ ਆਪ ਨਿਭਾਈਆਂ ਨਾ। ਭੇਟ ਕੀਤੀਆਂ। ਹੁਣ ਵੀ ਜਦੋਂ ਕਿਤੇ ਜ਼ਰੂਰਤ ਪੈਂਦੀ ਅਸੀਂ ਭਾਈ ਸਾਹਿਬ ਦੇ ਨਾਲ ਫੋਨ ਤੇ ਉਹਨਾਂ ਦੇ ਬੇਟੇ ਦੇ ਨਾਲ ਚੱਲਦੇ ਰਹਿੰਦੇ ਹਾਂ। ਜਦੋਂ ਵੀ ਸਾਨੂੰ ਘੂਕ ਬੁਲਾਉਂਦੇ ਉਦੋਂ ਪਹੁੰਚਦੇ ਹਾਂ। ਆਉਂਦੇ ਜਾਂਦੇ ਅਸੀਂ ਸੰਗਤਾਂ ਨੂੰ ਦੱਸਦੇ ਰਹਿੰਦੇ ਤੇ ਹੁਣ ਵੀ ਆਈਦਾ। ਅੱਜ ਵੀ ਇੱਥੇ ਪਹੁੰਚੇ ਹਾਂ। ਅਕਾਲ ਚੈਨਲ ਦੇ ਰਾਹੀਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ। ਜਦੋਂ ਗੋਲਡਨ ਗੇਟ ਅੰਮ੍ਰਿਤਸਰ ਦਾ, ਉੱਥੋਂ ਜਦੋਂ ਬਟਾਲਾ ਬਾਈਪਾਸ ਤੇ ਤੁਸੀਂ ਜਾਓਗੇ, ਰਸਤੇ ਵਿੱਚ ਆਉਂਦਿਆਂ ਤੁਸੀਂ ਆਣ ਕੇ ਦਰਸ਼ਨ ਵੀ ਕਰਿਆ ਕਰੋ। ਇਸ ਤੋਂ ਬਾਅਦ ਜਦੋਂ ਕਿਤੇ ਅਕੈਡਮੀ ਬਣ ਜਾਏਗੀ, ਮਿਊਜ਼ੀਅਮ ਬਣ ਜਾਏਗਾ, ਰਸਤੇ ਵਿੱਚ ਆਉਂਦਿਆਂ ਜਾਂਦਿਆਂ ਤੁਸੀਂ ਦਰਸ਼ਨ ਦਿਦਾਰੇ ਕਰਿਆ ਕਰੋ। ਅਕਾਲ ਚੈਨਲ ਦਾ ਵੀ ਅਸੀਂ ਧੰਨਵਾਦ ਕਰਦੇ, ਜਿਨ੍ਹਾਂ ਨੇ ਉਸ ਦਿਨ ਵੀ ਸਾਰੇ ਵਰਲਡ ਦੇ ਵਿੱਚ ਲਾਈਵ ਪ੍ਰੋਗਰਾਮ ਵਿਖਾਇਆ, ਲਾਈਵ ਸੰਸਕਾਰ ਵਿਖਾਇਆ। ਹੁਣ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ। ਨਿਰਮਲ ਸਿੰਘ ਜੀ, ਇਹ ਸਾਡੇ ਫਰਜ਼ ਆ, ਕਿਉਂਕਿ ਜੇ ਕੌਮੀ ਚੈਨਲ ਹੋਣ ਦੇ ਨਾਤੇ ਆਪਾਂ ਜੇ ਫਰਜ਼ਾਂ ਤੋਂ ਭੁੱਲ ਜਾਾਂਗੇ ਨਾ ਤਾਂ ਮੈਨੂੰ ਲੱਗਦਾ ਫਿਰ ਉਹ ਨਾਮ ਮਿਟ ਜਾਂਦੇ ਆ। ਇਹ ਸਾਡੇ ਫਰਜ਼ ਆ ਜਿਹੜੇ ਅਸੀਂ ਵੀ ਨਿਭਾਉਂਦੇ ਰਵਾਂਗੇ। ਧੰਨਵਾਦ ਤੁਹਾਡਾ। ਪਰਿਵਾਰ ਦੇ ਨਾਲ ਰਹੋ ਤੁਸੀਂ। ਪਰਿਵਾਰਕ ਮੈਂਬਰ ਵੀ ਸਾਡੇ ਨਾਲ ਵੀਰ ਦੇ ਜੁੜ ਚੁੱਕੇ ਆ, ਅਮਤੇਸ਼ਵਰ ਦੇ ਪਰਿਵਾਰਕ ਮੈਂਬਰ ਹੈਗੇ ਆ। ਆਪਣਾ ਸ਼ੁਭ ਨਾਮ ਪੁੱਛਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹੈ ਜੀ ਬਲਵਿੰਦਰ ਸਿੰਘ। ਕਹਿਣਾ ਤਾਂ ਬਸ ਜੀ, ਜਿਹੜਾ ਉਹ ਸਮਾਂ ਅਸੀਂ ਦੇਖਦੇ ਹਾਂ ਨਾ, ਬਹੁਤ ਜ਼ਿਆਦਾ ਭਿਆਨਕ ਸੀਗਾ। ਪਹਿਲੀ ਗੱਲ ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੇ ਭਾਈ ਸਾਹਿਬ ਨੂੰ ਕਰੋਨਾ ਨਹੀਂ ਸੀ, ਨਾ ਤੇ ਉਹਨਾਂ ਨੂੰ ਕਰੋਨਾ ਸੀ ਔਰ ਨਾ ਹੀ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੂੰ ਕਰੋਨਾ ਸੀ। ਜੇ ਉਹਨਾਂ ਨੂੰ ਕਰੋਨਾ ਹੁੰਦਾ ਉਹ ਸਾਡੇ ਮਤਲਬ ਲੋਹੀਆਂ ਪਹੁੰਚੇ ਆ ਔਰ ਜਿੰਨੇ ਵੀ ਸੰਗਤਾਂ ਨੂੰ ਉਹ ਮਿਲੇ ਆ ਉਹਨਾਂ ਦੇ ਵਿੱਚੋਂ ਕੋਈ ਪੋਜ਼ਿਟਿਵ ਨਹੀਂ ਆਇਆ। ਜਿਹੜੇ ਰਹਿ ਗਈ ਗੱਲ ਵੀ ਕੋਈ, ਜੇ ਹੁਣ ਯੰਗਸਟ ਹੈਗੇ ਮੇਰੇ ਭਤੀਜਾ ਜੀ ਇਹ ਅਮਤੇਸ਼ਵਰ ਸਿੰਘ ਜੀ ਵੀ, ਇਹਨਾਂ ਦੀ ਕਹਿੰਦੀ ਇਮਿਊਨਿਟੀ ਸਿਸਟਮ ਮਜ਼ਬੂਤ ਹੈਗਾ ਤਾਂ ਕਰਕੇ ਇਹਨਾਂ ਨੂੰ ਕਰੋਨਾ ਨਹੀਂ ਹੋਇਆ।
ਔਰ ਇਹੋ ਜੀ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਇਹਨਾਂ ਦਾ ਬੇਟਾ ਉਹ 9 ਸਾਲ ਦਾ, ਔਰ ਜਿਹੜੇ ਸਾਡੇ ਬਜ਼ੁਰਗ ਹੈਗੇ ਆ, ਸਾਡੇ ਮਾਸੀ ਜੀ ਮਾਸੜ ਜੀ 100 ਸਾਲ ਦੇ ਲਗਭਗ ਉਹਨਾਂ ਦੀ ਏਜ ਆ, ਉਹਨਾਂ ਨੂੰ ਵੀ ਉਹ ਮਿਲ ਕੇ ਆਏ। ਔਰ ਸੀਚੇਵਾਲ ਵਾਲੇ ਸੰਤ ਸੀਗੇ, ਉਹਨਾਂ ਨੂੰ ਵੀ ਮਿਲ ਕੇ ਆਏ ਸੀਗੇ, ਪਰ ਸਾਰੀ ਨੈਗੇਟਿਵ ਰਿਪੋਰਟ ਆਈ। ਸੰਤਾਂ ਵੱਲੋਂ ਵੀ ਚਲੋ ਉਹਨਾਂ ਦੇ ਵਿਊ ਲੈ ਕੇ ਜਾਂ ਪੁੱਛਿਆ ਗਿਆ ਤੇ ਉਹਨਾਂ ਨੇ ਵੀ ਦੱਸਿਆ ਵੀ ਅਸੀਂ ਕਰੋਨਾ ਤੇ ਜਿੱਤ ਪ੍ਰਾਪਤ ਕਰ ਲਈ ਆ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ, ਕਿਉਂਕਿ ਕਰੋਨਾ ਤੇ ਜਿੱਤ ਪ੍ਰਾਪਤ ਤਾਂ ਹੁੰਦੀ ਜੇ ਭਾਈ ਸਾਹਿਬ ਨੂੰ ਕਰੋਨਾ ਹੁੰਦਾ। ਜੇ ਕਰੋਨਾ ਹੁੰਦਾ ਇਹ ਪੋਜ਼ਿਟਿਵ ਆਉਂਦੇ, ਔਰ ਪਿੱਛੇ ਅਸੀਂ ਜਿਹੜੇ ਬਜ਼ੁਰਗ ਆ ਉਹਨਾਂ ਨੂੰ ਸਾਂਭ ਰਹੇ ਆ, ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਦੇਖਦੇ ਆ ਰਹੇ ਆ ਤੇ ਉਹ ਸਾਰਾ ਨੋਰਮਲੀ ਆ, ਕੋਈ ਇਹੋ ਜਿਹੀ ਪ੍ਰੋਬਲਮ ਉਹਨਾਂ ਨੂੰ ਕਰੋਨਾ ਨਾਂ ਦੀ ਹੈ ਨਹੀਂ ਸੀਗੀ। ਮੈਂ ਗੱਲ ਰੱਖਦਾ, ਤੁਹਾਡੀ ਰਿਪੋਰਟ ਜਨਤਕ ਹੋਈ, ਕੋਈ ਪਤਾ ਲੱਗਾ ਜਿਹੜੀ ਰਿਪੋਰਟਾਂ ਬਣਦੀਆਂ ਵਾ ਉੱਤੇ ਨੈਗੇਟਿਵ ਜਾਂ ਪੋਜ਼ਿਟਿਵ ਲਿਖਿਆ ਹੁੰਦਾ, ਹਸਪੀਟਲ ਵਾਲੀ ਰਿਪੋਰਟ ਭਾਈ ਸਾਹਿਬ ਦੀ ਅਜੇ ਤੱਕ ਜਨਤਕ ਹੋਈ ਕਿ ਨਹੀਂ? ਨਹੀਂ ਜੀ, ਅਜੇ ਤੱਕ ਤੇ ਮੇਰਾ ਹਾਲ ਨਹੀਂ ਹੋਈ, ਕਿਉਂਕਿ ਨੈਗੇਟਿਵ ਦੀ ਰਿਪੋਰਟ ਜਿਹੜੀ ਮਿਲੀ ਸੀਗੀ ਉਸ ਦਿਨ ਰਾਤ ਨੂੰ ਵੀ ਗੱਲ ਹੋਈ, ਇੱਕ ਦਿਨ ਪਹਿਲਾਂ ਦੀ ਗੱਲ ਹੋਈ ਆ ਵੀ ਉਹਨਾਂ ਨੂੰ ਮਤਲਬ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ, ਡਾਕਟਰਾਂ ਨੇ ਵੀ ਆਸ਼ਵਾਸਨ ਦਿੱਤਾ। ਤੇ ਗਿਲਾ ਹੀ ਰਹਿ ਜਾਊਗਾ ਕਿ ਅਜੇ ਤੱਕ ਰਿਪੋਰਟਾਂ ਨਹੀਂ ਮਿਲੀਆਂ, ਭਾਈ ਸਾਹਿਬ ਨੈਗੇਟਿਵ ਸੀ ਜਾਂ ਪੋਜ਼ਿਟਿਵ ਸੀ, ਅਜੇ ਤੱਕ ਇਹ ਸਸਪੈਂਸ ਹੀ ਬਣਿਆ ਹੈਗਾ। ਇਹ ਸਸਪੈਂਸ ਹੀ ਚੱਲ ਰਿਹਾ ਜੀ। ਅਸੀਂ ਤੇ ਬੜੇ ਪਰੇਸ਼ਾਨ ਹੈਗੇ ਆ ਕਿ ਸਾਡੇ ਨਾਲ ਜਾਂ ਸਾਡੇ ਪਰਿਵਾਰ ਨਾਲ ਇਹ ਕੁਝ ਹੋਇਆ, ਔਰ ਆਮ ਜਨਤਾ ਨਾਲ ਜੋ ਆਪਾਂ ਦੇਖਦੇ ਆ, ਜਿਸ ਤਰ੍ਹਾਂ ਹੋਰ ਹਜ਼ੂਰ ਸਾਹਿਬ ਤੋਂ ਸੰਗਤਾਂ ਆਈਆਂ, ਉਹ ਵੀ ਪਹਿਲਾਂ ਪੋਜ਼ਿਟਿਵ ਨਿਕਲ ਆਈਆਂ, ਬਾਅਦ ਦੇ ਵਿੱਚ ਨੈਗੇਟਿਵ ਦਿੱਤੇ ਗਏ ਆ। ਔਰ ਇਹ ਸਮਝ ਨਹੀਂ ਲੱਗ ਰਹੀ ਵੀ ਇਹ ਰਿਪੋਰਟਾਂ ਕਿਹੜੇ ਤਰੀਕੇ ਨਾਲ ਤਿਆਰ ਹੋ ਰਹੀਆਂ ਔਰ ਕਿਹੜੇ ਤਰੀਕੇ ਨਾਲ ਇਹ ਤੁਹਾਨੂੰ ਕਿੱਥੋਂ ਲੱਗਦੀਆਂ ਗਲਤੀਆਂ ਇਹ? ਗਲਤੀਆਂ ਦੇਖੋ ਜੀ, ਇਹ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਇਹਨਾਂ ਨੇ ਇੱਕ ਮਤਲਬ ਕਰੋਨਾ ਦਾ ਡਰ ਹੀ ਇੰਨਾ ਪਿਆ ਹੋਇਆ ਹੈਗਾ ਵੀ ਕਰੋਨਾ ਦਾ ਨਾਂ ਸੁਣ ਕੇ ਪਹਿਲਾਂ ਗੱਲ ਤਾਂ ਅੱਧਾ ਬੰਦਾ ਮਤਲਬ ਪੂਰਾ ਹੋ ਜਾਂਦਾ, ਵੀ ਮਰਨ ਵਾਲਾ ਹੋ ਜਾਂਦਾ ਕਰੋਨਾ ਦਾ ਨਾਮ ਸੁਣ ਕੇ ਹੀ। ਔਰ ਕਰੋਨਾ ਚਲੋ ਹੋਊਗਾ ਜਿੱਥੇ ਹੈਗਾ ਵੀ ਆ, ਪਰ ਮੇਰਾ ਖਿਆਲ ਨਹੀਂ ਵੀ ਜਿੱਦਾਂ ਹੁਣ ਜੇ ਸਾਨੂੰ ਸਾਡੇ ਪਰਿਵਾਰ ਦੇ ਵਿੱਚ ਇਹ ਕੁਝ ਹੋਇਆ ਵੀ ਉਹਨਾਂ ਨੂੰ ਕਰੋਨਾ ਕੱਢਿਆ ਗਿਆ ਭਾਈ ਸਾਹਿਬ ਨੂੰ ਸਾਡੇ ਨੂੰ, ਔਰ ਇਹ ਬੇਟਾ ਜਿਹੜਾ ਇਹ ਮਤਲਬ ਸੇਵਾ ਕਰ ਰਿਹਾ ਸੀਗਾ ਬਿਨਾਂ ਮਾਸਕ ਤੋਂ, ਔਰ ਇਹ ਭਾਈ ਸਾਹਿਬ ਇਹਨਾਂ ਨੇ ਸੰਸਕਾਰ ਕੀਤਾ ਹੈਗਾ। ਸੰਸਕਾਰ ਤੋਂ ਪਹਿਲਾਂ ਤੇ ਇੰਨੇ ਅੜਚਣਾਂ ਪਈਆਂ ਹੈਗੀਆਂ ਵੀ ਇੱਥੇ ਨਹੀਂ ਕਰਨ ਦੇਣਾ ਜਾਂ ਉੱਥੇ ਨਹੀਂ ਕਰਨ ਦੇਣਾ, ਕਿਉਂਕਿ ਜੋ ਭਾਈ ਸਾਹਿਬ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਦੱਸਿਆ ਜਿਹਦੇ ਬਾਰੇ ਵੀ ਜਿੰਦਰੇ ਨਹੀਂ ਲੱਗਣੇ ਚਾਹੀਦੇ ਸ਼ਮਸ਼ਾਨ ਘਾਟਾਂ ਨੂੰ, ਉਹ ਚਲੋ ਹੁਣ ਕੁਦਰਤ ਦਾ ਹੀ ਆਪਾਂ ਕਹਿ ਸਕਦੇ ਵੀ ਕੋਈ ਰੰਗ ਹੀ ਉਹਨਾਂ ਦਾ ਸੀ, ਕਿਉਂਕਿ ਨੇਚਰ ਨੂੰ ਪਿਆਰ ਕਰਦੇ ਸੀਗੇ। ਔਰ ਉੱਥੇ ਸੰਸਕਾਰ ਹੁੰਦਾ ਤੇ ਇੱਥੇ ਕੋਈ ਉਹਨਾਂ ਦੀ ਇਤਿਹਾਸਕ ਉੱਥੇ ਜਗ੍ਹਾ ਨਹੀਂ ਬਣ ਸਕਦੀ। ਤੇ ਇਹ ਕੋਈ ਸਮਝ ਨਹੀਂ ਲੱਗ ਰਹੀ ਸਾਨੂੰ ਵੀ ਇਹ ਹੋਇਆ ਤਾਂ ਹੋਇਆ ਕਿਸ ਤਰ੍ਹਾਂ। ਪਰ ਇਹਨਾਂ ਸਾਨੂੰ ਜ਼ਰੂਰ ਮਤਲਬ ਹੈਗਾ ਵੀ ਦੁੱਖ ਵੀ ਕਰੋਨਾ ਦਾ ਨਾਂ ਨਾ ਦਿੱਤਾ ਜਾਵੇ ਉਹਨਾਂ ਨੂੰ, ਵੀ ਇਹ ਕਰੋਨਾ ਨਾਲ ਇਹਨਾਂ ਦੀ ਮੌਤ ਹੋਈ ਆ, ਕਿਉਂਕਿ ਕਰੋਨਾ ਦੀ ਅਜੇ ਤੱਕ ਤਾਂ ਕੋਈ ਰਿਪੋਰਟ ਮੇਰਾ ਖਿਆਲ ਨਹੀਂ ਮਿਲੀ ਹੈਗੀ। ਜੇ ਬੇਟੀ ਨੂੰ ਕਰੋਨਾ ਦਾ ਮਤਲਬ ਉਹਨਾਂ ਨੇ ਪੋਜ਼ਿਟਿਵ ਕਰ ਦਿੱਤਾ, ਅੱਧੀ ਫੈਮਿਲੀ ਨੂੰ ਪੋਜ਼ਿਟਿਵ ਕਰ ਦਿੱਤਾ, ਅੱਧਿਓਂ ਜ਼ਿਆਦਾ ਨੈਗੇਟਿਵ ਕਰ ਦਿੱਤੀ, ਜਿਹੜੇ ਬਜ਼ੁਰਗ ਆ ਉਹ ਵੀ ਨੈਗੇਟਿਵ ਆਏ ਆ। ਤੇ ਇਸ ਕਰਕੇ ਜੇ ਉਹ ਨੈਗੇਟਿਵ ਆਏ ਆ ਸਾਰਿਆਂ ਨੂੰ ਮਿਲੇ ਆ, ਤੇ ਜਿੰਨੇ ਹੋਰ ਵੀ ਮਤਲਬ ਉਹਨਾਂ ਨੂੰ ਮਿਲੇ ਹੈਗੇ ਆ ਜਾਂ ਚੇਨ ਬਣਨੀ ਚਾਹੀਦੀ ਕਰੋਨਾ ਦੀ, ਤੇ ਉਹ ਸਾਨੂੰ ਨਹੀਂ ਕੋਈ ਲੱਗਾ ਵੀ ਉਹਨਾਂ ਤੋਂ ਕੋਈ ਪ੍ਰਭਾਵਿਤ ਕਰੋਨਾ ਤੋਂ ਹੈ। ਕੋਈ ਇੱਕ ਸੀ ਰਣਨੀਤੀ ਕਿਹੋ ਜੀ ਆ ਇਸ ਜਗ੍ਹਾ ਉੱਤੇ? ਵੀਰ ਅਮਤੇਸ਼ਵਰੀ ਦੱਸ ਚੁੱਕੇ ਆ ਕਿ ਅਸੀਂ ਕੋਈ ਯਾਦਗਾਰ ਬਣਾ ਰਹੇ ਹਾਂ, ਵੱਡਾ ਸਹਿਯੋਗ ਦਊਗੀ ਸੰਗਤ, ਕਿਉਂਕਿ ਸੰਗਤ ਦੇ ਫੋਨ ਕਾਲਸ ਉਦੋਂ ਦੇ ਆ ਰਹੇ ਆ, ਲੋਕੇਸ਼ਨ ਵੀ ਗੁਰੂ ਸਾਹਿਬ ਨੇ ਆਪ ਹੀ ਚੁਣੀ ਆ। ਬਿਲਕੁਲ ਸਹੀ ਗੱਲ ਆ ਤੁਹਾਡੀ ਕਿ ਜੇ ਸ਼ਾਇਦ ਉਸ ਜਗ੍ਹਾ 'ਤੇ ਸੰਸਕਾਰ ਹੋ ਜਾਂਦਾ ਤੇ ਉੱਥੇ ਯਾਦਗਾਰ ਬਣਾਉਣੀ ਬਹੁਤ ਔਖੀ ਸੀ। ਗੁਰੂ ਸਾਹਿਬ ਨੇ ਜੋ ਵੀ ਕਿਰਪਾ ਕੀਤੀ ਆ, ਜਿਹੜੀ ਲੋਕੇਸ਼ਨ ਤੇ ਹੋਇਆ ਸੰਸਕਾਰ, ਇਸ ਜਗ੍ਹਾ ਤੇ ਭਵਿੱਖ ਦੇ ਵਿੱਚ ਕਿਹੋ ਜਿਹੀ ਰਣਨੀਤੀ ਆ, ਕਿਹੋ ਜਿਹਾ ਲਿਖੋਗੇ ਜਿਹੜੀ ਕਿ ਯਾਦਗਾਰ ਬਣਨੀ? ਦੇਖੋ ਜੀ, ਇਹ ਤੇ ਧੰਨ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਹੋਣਾ ਸਾਰਾ ਕੁਝ, ਕਿਉਂਕਿ ਪਰਿਵਾਰ ਜਾਂ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ। ਜਿੰਨੀਆਂ ਵੀ ਸਿੱਖ ਸੰਗਤਾਂ ਹੈਗੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਤੇ ਉਹਨਾਂ ਦੇ ਸੁਪਨੇ ਸਾਕਾਰ ਕਰਨ ਦਾ ਮਤਲਬ ਪੂਰਾ ਟੀਚਾ ਮਿੱਥਿਆ ਹੈਗਾ ਵੀ ਮਿਊਜ਼ਿਕ ਅਕੈਡਮੀ ਖੋਲ੍ਹੀ ਜਾਵੇ, ਜਾਂ ਅਗਰ ਕੋਈ ਵਿਦਿਅਕ ਯੋਗਤਾ ਦਾ ਕੋਈ ਨਾ ਕੋਈ ਇੱਥੇ ਦਾ ਮਤਲਬ ਪ੍ਰੋਗਰਾਮ ਬਣਾਇਆ ਜਾਵੇ ਵੀ ਜਿੱਥੇ ਗਰੀਬ ਬੱਚੇ ਆ ਪੜ੍ਹ ਲਿਖ ਕੇ ਕੁਛ ਨਾ ਕੁਛ ਬਣਨ, IPS ਅਫਸਰ ਵਗੈਰਾ ਜਾਂ ਕੋਈ ਹੋਰ ਜੋ ਵੀ ਹੈਗੇ ਆ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਾਣੇ ਆ ਜਾਂ ਲਾਇਰ ਵਗੈਰਾ ਜਾਂ ਜੋ ਵੀ ਐਨੀਵਰ ਉਹ ਚਾਹੀਏ ਮਤਲਬ ਹੋ ਜਾਵੇ ਉਹ ਬਣਾਇਆ ਜਾਵੇ। ਬਾਕੀ ਅੱਜ ਸ਼ਰਧਾ ਦੇ ਫੁੱਲ ਭੇਂਟ ਕੀਤੇ ਆ, ਅਸੀਂ ਇਹ ਨਹੀਂ ਵੀ ਕੋਈ ਮਤਲਬ ਇਹ ਕੋਈ ਦਿਖਾਵਾ ਕਰ ਰਹੇ ਹੈਗੇ ਆ ਵੀ ਕੋਈ ਇੱਥੇ ਕੋਈ ਮੜੀ ਬਣਾਵਾਂਗੇ ਜਾਂ ਕੋਈ ਇਹ ਕਰਾਂਗੇ। ਇਹ ਸਿਰਫ ਇੱਕ ਚਿੰਨ੍ਹ ਹੈਗਾ ਵੀ ਆਂਦੀ ਜਾਂਦੀ ਸੰਗਤ ਨੂੰ ਪਤਾ ਲੱਗ ਸਕੇ ਵੀ ਭਾਈ ਸਾਹਿਬ ਦਾ ਇੱਥੇ ਸੰਸਕਾਰ ਹੋਇਆ। ਔਰ ਇੱਥੇ ਗੁਰਦੁਆਰਾ ਸਾਹਿਬ ਵੀ ਸੋਚਿਆ ਹੈਗਾ ਵੀ ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਕਿਹਾ ਸੀਗਾ ਵੀ ਮੇਰਾ ਜਿੱਥੇ ਵੀ ਮਤਲਬ ਤੁਸੀਂ ਸੰਸਕਾਰ ਕਰੋ ਘਰ ਦੇ ਵਿੱਚ ਹੀ ਜਾਂ ਬਾਹਰ ਆ, ਜੇ ਬਾਹਰ ਜਗ੍ਹਾ ਨਹੀਂ ਮਿਲਦੀ ਤਾਂ ਘਰ ਦੇ ਵਿੱਚ ਹੀ ਕੀਤਾ ਜਾਵੇ। ਔਰ ਉਹਨਾਂ ਦੀ ਸੋਚ ਮੁਤਾਬਕ ਹੀ ਅਸੀਂ ਚੱਲ ਰਹੇ ਹਾਂ ਵੀ ਇੱਥੇ ਸੰਸਕਾਰ ਇਹਨਾਂ ਦਾ ਕੀਤਾ ਤੇ ਇੱਥੇ ਮਤਲਬ ਕੋਈ ਗੁਰਦੁਆਰਾ ਸਾਹਿਬ ਬਣ ਜਾਵੇ, ਮਿਊਜ਼ਿਕ ਅਕੈਡਮੀ ਬਣ ਜਾਵੇ ਤੇ ਜਾਂ ਹੋਰ ਵਿਦਿਅਕ ਯੋਗਤਾ ਵਾਸਤੇ ਜਾਂ ਕੋਈ ਮਤਲਬ ਮੈਡੀਕਲ ਸਹੂਲਤਾਂ ਵਾਸਤੇ ਕੁਛ ਨਾ ਕੁਛ ਤੇ ਬਣਾਇਆ ਜਾਵੇ। ਔਰ ਇਹ ਸਾਰਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਹੋਣਾ, ਬਾਕੀ ਧੰਨ ਗੁਰੂ ਰਾਮਦਾਸ ਦੀ ਕਿਰਪਾ ਨਾਲ ਹੋਣਾ ਜੀ। ਔਰ ਸਾਨੂੰ ਪੂਰਾ ਵਿਸ਼ਵਾਸ ਹੈਗਾ ਔਰ
ਇੰਨਾ ਕੁ ਜ਼ਿਆਦਾ ਵਿਸ਼ਵਾਸ ਹੈਗਾ ਵੀ ਧੰਨ ਗੁਰੂ ਰਾਮਦਾਸ ਜੀ ਜਿਹੜਾ ਸਾਨੂੰ ਮਤਲਬ ਇਹ ਨਿਆਂ ਲੈ ਕੇ ਦੇਣਗੇ ਜੋ ਕੁਝ ਉਹਨਾਂ ਨਾਲ ਹੋਇਆ, ਕਿਉਂਕਿ ਸਰਕਾਰਾਂ ਦਾ ਵੀ ਆਪਾਂ ਦੇਖ ਰਹੇ ਹਾਂ ਵੀ ਸਰਕਾਰਾਂ ਦੇ ਹਿਸਾਬ ਨਾਲ ਵੀ ਕੀ ਹੋ ਰਿਹਾ, ਜਾਂ ਉਹਨਾਂ ਨੂੰ ਕਰੋਨਾ ਸੀਗਾ, ਜਿਸ ਤਰ੍ਹਾਂ ਹੋਰ ਮਤਲਬ ਬਹੁਤ ਸਾਰੇ ਸਰਕਾਰਾਂ ਨਾਲ ਜੇ ਅਜੇ ਤੱਕ ਰਿਪੋਰਟ ਨਹੀਂ ਜਨਤਕ ਹੋਈ, ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਕਰੋਨਾ ਨਹੀਂ ਸੀ, ਸਰਕਾਰ ਵੱਲੋਂ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਜਾਂਦੀ, ਅਜੇ ਤੱਕ ਕੋਈ ਪ੍ਰੋਗਰਾਮ ਨਹੀਂ, ਕੋਈ ਵੱਡਾ ਨਹੀਂ ਅਜੇ ਤੱਕ ਉਲੀਕਿਆ ਜਾਂਦਾ, ਕਿਉਂਕਿ ਬੇਸ਼ੱਕ ਇਸ ਟਾਈਮ ਦੇ ਉੱਤੇ ਜੇ ਸੰਸਕਾਰ ਦੀ ਗੱਲ ਕਰਦੇ ਹਾਂ ਤੋਂ ਬਾਅਦ ਦੇ ਵਿੱਚ ਇੱਕ ਸੰਸਕਾਰ ਜਲੰਧਰ ਦੇ ਵਿੱਚ ਰੋਕਿਆ ਗਿਆ ਸੀ, ਉੱਥੇ ਪਰਚੇ ਵੀ ਦਰਜ ਹੋਏ ਸੀ, ਪਰ ਇਹ ਸੰਸਕਾਰ ਜਦੋਂ ਰੋਕਿਆ ਗਿਆ ਕੋਈ ਵੀ ਇੱਥੇ ਇਹੋ ਜਿਹੀ ਕਾਰਵਾਈ ਨਹੀਂ ਹੋਈ। ਦੇਖੋ ਜੀ, ਇਹ ਸਾਨੂੰ ਕੋਈ ਇਹ ਸਮਝ ਨਹੀਂ ਲੱਗ ਰਹੀ ਵੀ ਹੋਰ ਕਈ ਜਗ੍ਹਾ ਪਰਚੇ ਦਰਜ ਕਰ ਦਿੱਤੇ ਆ, ਸੰਸਕਾਰ ਰੋਕੇ ਜਿੱਥੇ, ਜਾਂ ਬਹੁਤ ਸਾਰੇ ਪਰਿਵਾਰਾਂ ਨੇ ਆਪਣੀਆਂ ਮਤਲਬ ਇਹ ਡੈੱਡ ਬੋਡੀਆਂ ਜਿਹੜੀਆਂ ਉਹ ਲੈਣ ਤੋਂ ਇਨਕਾਰ ਕਰ ਦਿੱਤਾ, ਔਰ ਕਰੋਨਾ ਦੀ ਮਹਾਂਮਾਰੀ ਇਹਨਾਂ ਨੇ ਐਲਾਨ ਕਰ ਦਿੱਤਾ, ਉਹ ਤੋਂ ਡਰਦਿਆਂ ਲੋਕਾਂ ਨੇ ਇੰਨਾ ਕੁਛ ਕੀਤਾ। ਔਰ ਜੇ ਮਤਲਬ ਇਹਨੂੰ ਡਰ ਨੂੰ ਮਤਲਬ ਦਿਲ ਦੇ ਵਿੱਚ ਰੱਖਿਆ ਜਾਵੇ ਤਾਂ ਆਮ ਬੰਦਾ ਕੋਈ ਵੀ ਇਹ ਸੁਣ ਕੇ ਡਰ ਜੂਗਾ ਵੀ ਇਹਨਾਂ ਨੂੰ ਕਰੋਨਾ ਮੈਂ ਲਾਗੇ ਨਾ ਜਾਵਾਂ। ਮਹਾਂਮਾਰੀਆਂ ਤਾਂ ਪਹਿਲਾਂ ਵੀ ਚੱਲਦੀਆਂ ਆ ਰਹੀਆਂ, ਚੱਲਦੀਆਂ ਆਉਣੀਆਂ, ਤੇ ਇਸ ਤਰ੍ਹਾਂ ਮਤਲਬ ਨਹੀਂ ਚਾਹੀਦਾ। ਜਿਸ ਤਰ੍ਹਾਂ ਹੁਣ ਪਦਮ ਸ਼੍ਰੀ ਦਾ ਅਵਾਰਡ ਭਾਈ ਸਾਹਿਬ ਨੂੰ ਮਿਲਿਆ ਸੀਗਾ, ਔਰ ਜਿਸ ਤਰ੍ਹਾਂ ਦਾ ਉਹਨਾਂ ਦਾ ਰੁਤਬਾ ਸੀਗਾ, ਜਿਸ ਤਰ੍ਹਾਂ ਦਾ ਮਾਣ ਸਨਮਾਨ ਆ ਉਹਨਾਂ ਦਾ ਮਤਲਬ ਸੰਸਕਾਰ ਹੋਣਾ ਚਾਹੀਦਾ ਸੀਗਾ। ਚਲੋ ਚਾਹੇ ਉਹ ਮਤਲਬ ਕੁਦਰਤੀ ਤੌਰ 'ਤੇ ਇਸ ਤਰ੍ਹਾਂ ਹੋ ਗਏ ਆ, ਅਤੇ ਚਾਹੇ ਉਹ ਕੋਈ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਵੀ ਕਰਾਇਆ ਜਾ ਸਕਦਾ, ਕਿਸੇ ਨਾਲ ਮਤਲਬ ਡਾਊਟ ਆ ਸਾਨੂੰ, ਪਰ ਸਾਨੂੰ ਆਸ ਜਿਹੜੀ ਆ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ 'ਤੇ ਔਰ ਧੰਨ ਗੁਰੂ ਰਾਮਦਾਸ ਜੀ ਦੇ, ਉਹਦੇ ਅੱਗੇ ਅਸੀਂ ਤਾਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਔਰ ਆਪਣੇ ਚਰਨਾਂ ਨਾਲ ਲਾਈ ਰੱਖਣ, ਔਰ ਜਿਹੜਾ ਨਿਆਂ ਹੈਗਾ ਵਾ ਉਹ ਸਾਨੂੰ ਮਿਲਣਾ ਚਾਹੀਦਾ, ਵੀ ਜਿਹੜਾ ਮਤਲਬ ਉਹਨਾਂ ਦਾ ਇਹ ਦੇਹਾਂਤ ਕੀਤਾ, ਜਾਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕਰੋ। ਜਿਹੜਾ ਕਿ ਇਸ ਜਗ੍ਹਾ ਲੋਕੇਸ਼ਨ ਦੇ ਉੱਤੇ ਕੋਈ ਆਮ ਜੇ ਆਪਾਂ ਗੱਲ ਕਰੀਏ ਪਦਮ ਸ਼੍ਰੀ ਦਾ ਅਵਾਰਡ ਸੀ ਉਹਨਾਂ ਕੋਲੋਂ, ਇਹ ਹਮੇਸ਼ਾ ਹੀ ਮੈਂ ਤੁਹਾਨੂੰ ਪੁੱਛਿਆ ਕਿ ਗਿਲਾ ਹੀ ਰਹੂਗਾ, ਕਿਉਂਕਿ ਉਸ ਟਾਈਮ ਤੇ ਕੋਈ ਨਾਮੀ ਸ਼ਖਸੀਅਤ ਵੀ ਨਹੀਂ ਪਹੁੰਚਦੀ, ਲੋਕਡਾਊਨ ਦਾ ਕਰਫਿਊ ਦਾ ਬਹਾਨਾ ਵੀ ਸੀ, ਪਰਿਵਾਰਕ ਮੈਂਬਰ ਵੀ ਕੁਝ ਮੌਜੂਦ ਸੀ, ਪ੍ਰਸ਼ਾਸਨ ਵੀ ਇੱਥੇ। ਦੇਖੋ ਜੀ, ਜਿਸ ਤਰ੍ਹਾਂ ਪਹਿਲਾਂ ਮੇਰੀ ਫੋਨ ਤੇ ਗੱਲ ਹੋਈ ਆ, 2 ਦਿਨ ਪਹਿਲਾਂ ਵੀ ਗੱਲ ਹੋਈ, ਭਾਈ ਸਾਹਿਬ ਹੋਣਾ ਨੇ ਮਤਲਬ ਕਿਹਾ ਸੀਗਾ ਵੀ ਇਹ ਮਤਲਬ ਕੋਈ ਵਾਸ਼ਰੂਮ ਵਗੈਰਾ ਉਹਨਾਂ ਨੂੰ ਆਇਆ ਸੀਗਾ, ਤਾਂ ਔਰ ਅਮਤੇਸ਼ਵਰ ਜੀ ਲੈ ਕੇ ਗਿਆ ਉਹਨਾਂ ਨੂੰ ਵਾਸ਼ਰੂਮ ਤੱਕ, ਠੀਕ ਸੀਗੇ, ਨੋਰਮਲ ਗੱਲਾਂ ਕਰ ਰਹੇ ਸੀਗੇ। ਉਸ ਦਿਨ ਰਿਪੋਰਟ ਲਈ ਸੀਗੀ, ਦੂਸਰੇ ਦਿਨ ਪੋਜ਼ਿਟਿਵ ਆ ਜਾਂਦੇ ਆ, ਪੋਜ਼ਿਟਿਵ ਆਉਣ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਜਾਂਦੀ ਆ, ਅਤੇ ਉਹਨਾਂ ਨੂੰ ਸਹੀ ਟਰੀਟਮੈਂਟ ਜੇ ਦਿੱਤਾ ਜਾਂਦਾ ਤੇ ਮੇਰਾ ਖਿਆਲ ਨਹੀਂ ਵੀ ਉਹਨਾਂ ਦੀ ਮੌਤ ਹੋ ਸਕਦੀ ਸੀ। ਗਿਲਾ ਤੇ ਹਮੇਸ਼ਾ ਹੀ ਰਹੂਗਾ ਭਾਈ ਸਾਹਿਬ ਦੀ ਮੌਤ ਪ੍ਰਤੀ, ਕਿ ਜੇ ਉਹਨਾਂ ਨੂੰ ਸਹੀ ਟਰੀਟਮੈਂਟ ਦਿੱਤਾ ਜਾਂਦਾ ਤੇ ਉਹਨਾਂ ਦੀ ਮੌਤ ਨਹੀਂ ਸੀ ਹੋ ਸਕਦੀ, ਕਿਉਂਕਿ ਭਾਈ ਸਾਹਿਬ ਦੀ ਇੱਕ ਫੋਨ ਕਾਲ ਵਾਇਰਲ ਹੁੰਦੀ ਆ, ਫੋਨ ਕਾਲ ਦੇ ਵਿੱਚ ਉਹਨਾਂ ਨੇ ਗਿਲਾ ਜ਼ਰੂਰ ਕੀਤਾ ਸੀ, ਕੋਈ ਡਰਨ ਜਾਂ ਭੈ ਵਾਲੀ ਗੱਲ ਨਹੀਂ, ਗਿਲਾ ਸੀ ਸਰਕਾਰਾਂ ਪ੍ਰਤੀ ਕਿ ਜੇ ਪਦਮ ਸ਼੍ਰੀ ਤੇ ਇੱਕ ਵੱਡਾ ਰੁਤਬਾ ਰੱਖਦੇ ਹੋਣ, ਹਜ਼ੂਰੀ ਰਾਗੀ ਹੋਣ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਹੋਣ, ਤੇ ਉਹਨਾਂ ਦੇ ਇਲਾਜ ਦੇ ਵਿੱਚ ਕਿਤੇ ਢਿੱਲ ਰਹਿ ਗਈ ਸੀ। ਜੇ ਢਿੱਲ ਸੀ ਤੇ ਉਹ ਕਿਉਂ ਰਹੀ, ਇਹਦੇ ਉੱਤੇ ਵੀ ਪਰਿਵਾਰ ਬਾਰ-ਬਾਰ ਕਹਿ ਰਿਹਾ ਕਿ ਸਾਡੀ ਜਾਂਚ ਵੀ ਹੋਣੀ ਚਾਹੀਦੀ ਆ ਤੇ ਸਾਨੂੰ ਨਿਆਂ ਵੀ ਮਿਲਣਾ ਚਾਹੀਦਾ। ਵੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਿਆਂ ਕਿਹੋ ਜਿਹਾ ਮਿਲੂਗਾ, ਸਰਕਾਰਾਂ ਕਿਹੋ ਜਿਹੇ ਨਿਆਂ ਦਿੰਦੀਆਂ। ਤੇ ਮੈਂ ਕਿ ਦੁਬਾਰਾ ਦੱਸਦਾ ਜਾਵਾਂ ਕਿ ਇਹ ਉਹ ਜਗ੍ਹਾ ਹੈਗੀ ਆ ਭਾਈ ਨਿਰਮਲ ਸਿੰਘ ਦਾ ਖਾਲਸਾ ਜੀ ਦਾ, ਜਿੱਥੇ ਸੰਸਕਾਰ ਹੋਇਆ ਸੀ। ਇਹ ਉਹ ਲੋਕੇਸ਼ਨ ਆ, ਇਸ ਜਗ੍ਹਾ ਦੇ ਉੱਤੇ ਭਾਈ ਸਾਹਿਬ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਦੇ ਵਿੱਚ ਅੱਜ ਫਿਰ ਦੁਬਾਰਾ ਇਕੱਠੇ ਹੋਏ ਆ, ਜਿੱਥੇ ਕਿ ਸ਼ਰਧਾਂਜਲੀ ਸਮਾਗਮ ਰੱਖਿਆ ਹੈਗਾ। ਇੱਕ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਰਿਵਾਰ ਦੇ ਕੁਝ ਮੈਂਬਰ ਆਏ ਆ, ਕਿਉਂਕਿ ਲੋਕਡਾਊਨ ਖੁੱਲ੍ਹਾ ਸੀ, ਕਰਫਿਊ ਬੰਦ ਹੋਇਆ ਵਾ। ਲੋਕਡਾਊਨ ਦੇ ਦੌਰਾਨ ਕੁਝ ਮੈਂਬਰ ਜਿਹੜੇ ਇਕੱਠੇ ਹੋ ਕੇ ਇੱਥੇ ਆਏ ਹੈਗੇ ਆ, ਤੇ ਅੱਗੇ ਭਵਿੱਖ ਦੀ ਰਣਨੀਤੀ ਇਹੋ ਲਿਖੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਤੇ, ਇਸ ਲੋਕੇਸ਼ਨ ਤੇ ਕੋਈ ਅਕੈਡਮੀ ਬਣਾਈ ਜਾਵੇ, ਜਿੱਥੇ ਕਿ ਬੱਚੇ ਕੋ ਸਿੱਖ ਕੇ ਸਾਡੇ ਭਵਿੱਖ ਵਾਸਤੇ ਕੁਝ ਵਧੀਆ ਉਪਰਾਲੇ ਕਰ ਸਕਣ। ਇਹ ਉਹਨਾਂ ਦਾ ਸੁਪਨਾ ਸੀ, ਉਹ ਅਕੈਡਮੀ ਹੋਣੀ ਚਾਹੀਦੀ ਆ, ਜਿੱਥੋਂ ਕਿ ਨਾਮਣਾ ਖੱਟ ਕੇ ਬੱਚੇ ਭਵਿੱਖ ਦੇ ਵਿੱਚ ਨਾਮ ਰੋਸ਼ਨ ਕਰ ਸਕਣ, ਜਿਵੇਂ ਭਾਈ ਨਿਰਮਲ ਸਿੰਘ ਖਾਲਸਾ ਜੀ ਦਾ ਹੋਇਆ। ਵੇਖਦੇ ਹਾਂ ਸਰਕਾਰਾਂ ਕਿਹੋ ਜਿਹੀਆਂ ਪਹਿਲ ਕਦਮੀਆਂ ਕਰਦੀਆਂ ਇਹੋ ਜਿਹੇ ਕੰਮਾਂ ਵਾਸਤੇ, ਤੇ ਤੁਹਾਡੇ ਸਹਿਯੋਗ ਦੀ ਇੱਕ ਵੱਡੀ ਆਸ ਆ ਪਰਿਵਾਰ ਨੂੰ, ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਆ ਜਾਂ ਦੇਸ਼ ਦੇ ਵਿੱਚ। ਇਹੋ ਜਿਹੇ ਕਾਰਜ ਜਿਹੜੇ ਆ ਕਿ ਤੁਹਾਡੇ ਸਹਿਯੋਗ ਨਾਲ ਹੀ ਹੋ ਸਕਦੇ ਆ। ਵੀਰ ਅਮਤੇਸ਼ਵਰ ਜੀ ਨਾਲ ਰਾਬਤਾ ਕਾਇਮ ਕਰੋ, ਉਹਨਾਂ ਦੇ ਦੁੱਖ ਦਰਦ ਦੇ ਵਿੱਚ ਭਾਈਵਾਲ ਬਣੋ, ਅਤੇ ਇੱਕ ਵੱਡੇ ਸਹਿਯੋਗ ਦੀ ਵੀ ਲੋੜ ਹੈਗੀ ਆ, ਜਿਹੜਾ ਤੁਸੀਂ ਉਹਨਾਂ ਦੇ ਨਾਲ ਡਾਇਰੈਕਟਲੀ ਰਾਬਤਾ ਕਾਇਮ ਕਰਕੇ ਦੇ ਸਕਦੇ ਹੋ। ਅਮਤੇਸ਼ਵਰ ਵੀਰ ਨਾਲ ਵੀ ਗੱਲ ਹੋਈ ਸੀ ਤੇ ਉਹਨਾਂ ਦੱਸਿਆ ਸੀ ਕਿ ਸਾਨੂੰ ਰੋਜ਼ਾਨਾ ਹੀ ਫੋਨ ਕਾਲਜ ਆਉਂਦੀਆਂ, ਸਾਨੂੰ ਲੋਕੇਸ਼ਨ ਦੱਸਣੀ ਪੈਂਦੀ ਆ। ਸੰਗਤਾਂ ਦਾ ਪਿਆਰ ਸੀ, ਉਹ ਪਿਆਰ ਦੇ ਜ਼ਰੀਏ ਇੱਥੇ ਪਹੁੰਚਦੀਆਂ ਹੈਗੀਆਂ ਵਾ। ਇਹ ਕੋਈ ਪੂਜਾ ਪਾਠ ਨਹੀਂ ਉਹਨਾਂ ਦਾ ਇੱਥੇ ਸਟਾਰਟ ਕੀਤਾ ਗਿਆ, ਕੇਵਲ ਉਹ ਲੋਕੇਸ਼ਨ ਦੇ ਨਤਮਸਤਕ ਹੋਣ ਵਾਸਤੇ, ਕਿਉਂਕਿ ਜਿੱਦਣ ਭਾਈ ਸਾਹਿਬ ਦਾ ਸੰਸਕਾਰ ਸੀ ਉਸ ਦਿਨ ਕੋਈ ਇੱਥੇ ਪਹੁੰਚ ਨਹੀਂ ਸੀ ਸਕਿਆ। ਹਰ ਕੋਈ ਚਾਹੁੰਦਾ ਕਿ ਮੈਂ ਉਸ ਜਗ੍ਹਾ ਦੇ ਉੱਤੇ ਜਾਵਾਂ,
ਉਹ ਲੋਕੇਸ਼ਨ ਨੂੰ ਦੇਖਾਂ ਜਿੱਥੇ ਭਾਈ ਸਾਹਿਬ ਦੇ ਅੰਤਿਮ ਦਰਸ਼ਨ ਕੀਤੇ ਸੀ। ਅੰਤਿਮ ਦਰਸ਼ਨ ਤੁਸੀਂ ਕੀਤੇ, ਸੰਗਤ ਨੇ ਕੀਤੇ ਸੀ ਉਸ ਟਾਈਮ ਦੇ ਉੱਤੇ ਅਕਾਲ ਚਲਾਣ ਦੇ ਮਾਧਿਅਮ ਰਾਹੀਂ, ਪਰ ਬਹੁਤ ਸਾਰੀ ਸੰਗਤ ਜਿਹੜੀ ਕਿ ਇਲਾਕੇ ਤੋਂ ਸੀ, ਦੇਸ਼ਾਂ ਵਿਦੇਸ਼ਾਂ ਤੋਂ ਸੀ, ਜਿਹੜੀ ਬਾਰ-ਬਾਰ ਫੋਨ ਕਰਕੇ ਪੁੱਛਦੀ ਆ ਕਿ ਉਸ ਲੋਕੇਸ਼ਨ ਤੇ ਅਸੀਂ ਜਾਣਾ ਹੋਵੇ ਅਸੀਂ ਉਸ ਕਿੱਦਾਂ ਪਹੁੰਚ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਵੀਰ ਅਮਤੇਸ਼ਵਰ ਜੀ ਨੇ ਥੋੜੀ ਦੇਰ ਪਹਿਲਾਂ ਦੱਸਿਆ ਕਿ ਅਸੀਂ ਕੋਈ ਵਧੀਆ ਪ੍ਰੋਗਰਾਮ ਲਿਖਾਂਗੇ, ਕੋਈ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਤੌਰ ਤੇ ਗੱਲਬਾਤ ਹੋਊਗੀ, ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਲਿਆ ਜਾਊਗਾ ਤੇ ਸੰਗਤ ਵੱਲੋਂ ਜਿਹੜਾ ਸਹਿਯੋਗ ਦਿੱਤਾ ਜਾਊਗਾ ਨਾ, ਉਹਦੇ ਨਾਲ ਕਾਰਜ ਵੀ ਸਟਾਰਟ ਕੀਤੇ ਜਾਣਗੇ ਇਸੇ ਹੀ ਜਗ੍ਹਾ ਦੇ ਉੱਤੇ, ਤੇ ਜਿੱਥੋਂ ਕਿ ਆਉਣ ਵਾਲੇ ਭਵਿੱਖ ਸਾਡਾ, ਬੱਚੇ, ਪਨੀਰੀ ਸਾਡੀ ਕੁਝ ਸਿੱਖ ਕੇ ਨਿਕਲੂਗੀ। ਜਿਵੇਂ ਭਾਈ ਨਿਰਮਲ ਸਿੰਘ ਖਾਲਸਾ ਪੰਥ ਪ੍ਰਸਿੱਧ ਸ਼ਖਸੀਅਤ ਸਨ ਤੇ ਪਰਿਵਾਰ ਇਹੋ ਚਾਹੁੰਦਾ ਕਿ ਉਹਨਾਂ ਦਾ ਜਿੱਥੇ ਅੰਤਿਮ ਸੰਸਕਾਰ ਹੋਇਆ ਸੀ ਉਸ ਲੋਕੇਸ਼ਨ ਤੋਂ, ਉਸ ਜਗ੍ਹਾ ਤੋਂ ਜਿਸ ਮੇਰੇ ਆਉਣ ਵਾਲੇ ਭਵਿੱਖ ਦੇ ਬੱਚੇ ਕੁਝ ਨਾਮਣਾ ਖੱਟਣਗੇ ਨਾ, ਤੇ ਇੱਕ ਸੱਚੀ ਸ਼ਰਧਾਂਜਲੀ ਉਹ ਹੀ ਹੋਊਗੀ ਉਹਨਾਂ ਨੂੰ। ਇੱਕ ਸੱਚੀ ਸ਼ਰਧਾਂਜਲੀ ਉਦੋਂ ਦੇਵਾਂਗੇ ਅਸੀਂ ਜਦੋਂ ਇਸ ਲੋਕੇਸ਼ਨ ਤੋਂ ਉਹ ਬੱਚੇ ਚੰਗੀਆਂ ਪਦਵੀਆਂ ਤੇ ਬੈਠਣਗੇ। ਉਸ ਲੋਕੇਸ਼ਨ ਤੇ ਭਾਈ ਸਾਹਿਬ ਦਾ ਪਰਿਵਾਰ ਨਤਮਸਤਕ ਹੋਣ ਵਾਸਤੇ ਆਇਆ ਸੀ। ਇਹੋ ਹੀ ਜਗ੍ਹਾ ਵਾ ਜਿੱਥੇ ਸੰਸਕਾਰ ਕੀਤਾ ਗਿਆ ਸੀ। ਭਵਿੱਖ ਦੀ ਰਣਨੀਤੀ ਕੀ ਹੈਗੀ ਆ ਉਹ ਤਾਂ ਅਮਤੇਸ਼ਵਰ ਦਾ ਪਰਿਵਾਰ ਹੀ ਦੱਸ ਸਕਦਾ, ਅਮਤੇਸ਼ਵਰ ਵੀਰ ਦੱਸ ਸਕਦੇ ਆ, ਦੱਸਿਆ ਵੀ ਹੈਗਾ ਉਹਨਾਂ ਨੇ, ਤੇ ਸਮੇਂ-ਸਮੇਂ ਤੇ ਅਸੀਂ ਤੁਹਾਨੂੰ ਰੂਬਰੂ ਵੀ ਕਰਾਉਂਦੇ ਰਹਾਂਗੇ। ਹੋਰ ਵੀ ਵੀਰ ਸਾਡੇ ਨਾਲ ਜੁੜ ਚੁੱਕੇ ਆ ਜਿਹੜੇ ਕਿ ਇਸ ਲੋਕੇਸ਼ਨ ਤੇ ਪਹੁੰਚੇ ਸੀ। ਉਹਨਾਂ ਨਾਮ ਪੁੱਛਦੇ ਆ। ਵੀਰ ਜੀ ਕੀ ਸ਼ੁਭਨਾਮਾ? ਮੇਰਾ ਨਾਮ ਧਨਾ ਸਿੰਘ, ਲੈਕਚਰਰ, ਅੰਮ੍ਰਿਤਸਰ ਦੇ ਵਿੱਚ ਲੋਕਲੀ ਮੈਂ ਜੌਬ ਕਰ ਰਿਹਾ। ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਅਕਾਲ ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਜਿੱਦਾਂ ਵੀ ਪਦਮ ਸ਼੍ਰੀ ਨਿਰਮਲ ਸਿੰਘ ਜੀ ਦੇ ਉਹਨਾਂ ਦੇ ਨਾਲ ਜੋ ਵੀ ਹੋਇਆ ਹੈ, ਅੰਤਮ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਵੇਰਕੇ ਵਾਲਿਆਂ ਨੇ ਉਹਨਾਂ ਦੇ ਨਾਲ ਕੋਈ ਪ੍ਰੋਪਰ ਵੇ ਨਾਲ, ਲਾਪਰਵਾਹੀ ਦੇ ਨਾਲ ਉਹਨਾਂ ਦਾ ਸੰਸਕਾਰ ਨਹੀਂ ਹੋਣ ਦਿੱਤਾ। ਚਲੋ ਜੋ ਵੀ ਹੋਇਆ ਇਹ ਇੱਕ ਪ੍ਰਸ਼ਾਸਨ ਦੀਆਂ ਗਲਤੀਆਂ, ਜਿਨ੍ਹਾਂ ਨੇ ਉਹਨੂੰ ਪ੍ਰੋਪਰ ਵੇ ਦੇ ਨਾਲ ਟੈਕਲ ਨਹੀਂ ਕੀਤਾ। ਤੇ ਉਸ ਤੋਂ ਬਾਅਦ ਅੱਜ ਅਸੀਂ ਲਗਭਗ 2 ਮਹੀਨੇ ਹੋ ਗਏ ਨੇ ਉਹਨਾਂ ਦਾ ਸੰਸਕਾਰ ਹੋਇਆ। ਅੱਜ ਅਸੀਂ ਦਰਸ਼ਨ ਕਰਨ ਵਾਸਤੇ ਉਸ ਜਗ੍ਹਾ ਦੇ, ਅੰਤਮ ਸੰਸਕਾਰ ਵਾਲੀ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਉੱਥੇ ਪਹੁੰਚੇ ਹਾਂ। ਤੇ ਹੁਣ ਅਕਾਲ ਚੈਨਲ ਦੇ ਦੁਆਰਾ ਸਾਡੀ ਪੂਰੇ ਸੰਸਾਰ ਨੂੰ ਇਹ ਬੇਨਤੀ ਹੈ ਕਿ ਉਹਨਾਂ ਦੇ ਵਿਚਾਰਾਂ ਨੂੰ ਜਿੰਦਾ ਰੱਖਣ ਵਾਸਤੇ ਅਸੀਂ ਉਸ ਜਗ੍ਹਾ ਨੂੰ ਇਸ ਤਰੀਕੇ ਨਾਲ ਉਸ ਸੰਸਥਾ ਨੂੰ ਬਣਾ ਦਈਏ ਤਾਂ ਕਿ ਜੋ ਉਹਨਾਂ ਦਾ ਇੱਕ ਮੈਸੇਜ ਸੀਗਾ, ਸਭੇ ਸਾਂਝੀ ਵਾਰਸ ਦਾਇਨ, ਇੱਥੇ ਕੋਈ ਨਾ ਦਿਸੇ ਬਾਹਰਾ ਜੀਓ, ਉਹਨਾਂ ਦੇ ਦੁਆਰਾ ਜੋ ਸਿੱਖ ਧਰਮ ਦੇ ਫਲਸਫੇ ਦਾ ਪ੍ਰਚਾਰ ਕੀਤਾ ਗਿਆ ਹੈ, ਸਾਰੀ ਉਮਰ ਆਪ ਸਿੱਖ ਕੌਮ ਨਾਲ ਜੁੜੇ ਰਹੇ ਨੇ ਤੇ ਸਮਾਜ ਨੂੰ ਵੀ, ਪੂਰੇ ਸੰਸਾਰ ਨੂੰ ਵੀ ਜੋੜਦੇ ਰਹੇ ਨੇ। ਇੱਕ ਪੰਜ ਪੜ੍ਹਿਆ ਇਨਸਾਨ ਜਿਨ੍ਹਾਂ ਦੁਆਰਾ ਇੱਕ ਯੂਨੀਵਰਸਿਟੀ ਦੇ ਵਿੱਚ PhDਆਂ ਬੱਚੇ ਕਰ ਰਹੇ ਨੇ, ਉਹਨਾਂ ਦੁਆਰਾ ਜੋ ਕਿਤਾਬਾਂ ਲਿਖੀਆਂ ਗਈਆਂ ਨੇ ਉਹਨਾਂ ਤੇ PhDਆਂ ਕਰ ਰਹੇ ਨੇ। ਇਹ ਕੋਈ ਨਿੱਕੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਅਸੀਂ ਉਹਨਾਂ ਦੇ ਮਾਣ ਸਤਿਕਾਰ ਨੂੰ ਹੋਰ ਅੱਗੇ ਵਧਾਉਂਦੇ ਹੋਏ ਉਹਨਾਂ ਦੇ ਵਿਚਾਰਾਂ ਨੂੰ ਪੂਰੇ ਸੰਸਾਰ ਦੇ ਵਿੱਚ ਪਹੁੰਚਾਉਣ ਵਾਸਤੇ ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਹੈ, ਉਸ ਜਗ੍ਹਾ ਨੂੰ ਆਪਾਂ ਇੱਕ ਇਹੋ ਜਿਹੀ ਸੰਸਥਾ ਦਾ ਰੂਪ ਦੇ ਦਈਏ ਕਿ ਇੱਕ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਵੇ, ਇੱਕ ਸੰਗੀਤ ਅਕੈਡਮੀ ਬਣਾਈ ਜਾਵੇ, ਪਲੱਸ ਮਿਊਜ਼ਿਕ ਨਾਲ ਸੰਬੰਧਿਤ ਅਲੱਗ-ਅਲੱਗ ਤਰ੍ਹਾਂ ਦੀਆਂ ਕਲਾਸਾਂ ਲੱਗ ਜਾਣ, ਜਿਹਦੇ ਨਾਲ ਸਾਨੂੰ ਹੁਣ ਇਹ ਖੁਸ਼ੀ ਹੋਏਗੀ ਕਿ ਉਹਨਾਂ ਦੁਆਰਾ ਪੜ੍ਹਾਇਆ ਗਿਆ ਜਿਹੜਾ ਜਾਂ ਉਹਨਾਂ ਦੀ ਸੰਸਥਾ ਦੁਆਰਾ ਜਿਹੜੇ ਬੱਚੇ ਨੇ ਵੱਧ ਤੋਂ ਵੱਧ ਗਿਆਨ ਗ੍ਰਹਿਣ ਕਰਨ ਤੇ ਅੱਗੇ ਗਾਂ ਸਮਾਜ ਦੇ ਵਿੱਚ ਵਧਣ ਫੁੱਲਣ। ਅੱਗੇ ਮੇਰੀ ਦੂਜੀ ਬੇਨਤੀ ਹੈ ਕਿ ਜੋ ਉਹਨਾਂ ਦੀ ਜਗ੍ਹਾ ਤੇ, ਜਿਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਹੈ, ਪ੍ਰਸ਼ਾਸਨ ਨੂੰ ਵੀ ਅੰਡਰ ਪ੍ਰੋਸੈਸ ਉਹ ਜਗ੍ਹਾ ਜਿਹੜੀ ਅਲਾਟ ਕਰ ਰਿਹਾ ਫਿਲਹਾਲ ਦੀ ਘੜੀ। SGPC ਉਹ ਵੀ ਆਪਣੇ ਤੌਰ ਤੇ ਆਪਣੀ ਕੋਸ਼ਿਸ਼ ਕਰ ਰਹੀ ਆ ਤੇ ਆਪਾਂ ਵੀ ਸਾਰੇ ਰਲ ਕੇ ਇਸ ਚੀਜ਼ ਨੂੰ ਇਕੱਠੇ ਹੋ ਕੇ ਵੱਧ ਤੋਂ ਵੱਧ ਆਪਣਾ ਵੀ ਇੱਕ ਰੋਲ ਅਦਾ ਕਰੀਏ, ਉੱਥੇ ਇੱਕ ਸੰਸਥਾ ਬਣਾਈਏ। ਜੋ ਵੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ, ਇਹੀ ਸਾਨੂੰ ਉਹਨਾਂ ਨੂੰ ਆਖਰੀ ਸ਼ਰਧਾਂਜਲੀ ਹੋਵੇਗੀ। ਇੰਨੀ ਮੇਰੀ ਬੇਨਤੀ ਹੈ ਕਿ ਜ਼ਰੂਰ ਇਸ ਨੂੰ ਅਕਾਲ ਚੈਨਲ ਦੇ ਦੁਆਰਾ ਪੂਰੇ ਸੰਸਾਰ ਦੇ ਵਿੱਚ ਪਹੁੰਚਾਇਆ ਜਾਵੇ ਜੀ। ਧੰਨਵਾਦ ਵੀਰ ਧੰਨਾ ਸਿੰਘ ਜੀ। ਬਿਲਕੁਲ ਜੀ, ਇਹ ਬੇਨਤੀਆਂ ਜਿਹੜੀਆਂ ਪੂਰੀ ਕੌਮ ਵੱਲੋਂ ਕੀਤੀਆਂ ਜਾ ਰਹੀਆਂ, ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ, ਤੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਵੀ ਤੁਹਾਨੂੰ ਇਹੋ ਬੇਨਤੀ ਕਰਦੇ ਹਾਂ
ਕਿ ਇਹ ਉਹ ਲੋਕੇਸ਼ਨ ਆ ਜਿੱਥੇ ਭਾਈ ਸਾਹਿਬ ਦਾ ਸੰਸਕਾਰ ਹੋਇਆ ਸੀ ਤੇ ਭਾਈ ਸਾਹਿਬ ਇੱਕ ਇਹੋ ਜਿਹੀ ਸ਼ਖਸੀਅਤ ਸਨ, ਜਿਵੇਂ ਵੀਰ ਜੀ ਨੇ ਥੋੜੀ ਦੇਰ ਪਹਿਲਾਂ ਦੱਸਿਆ ਸੀ, ਆਪਾਂ ਗੱਲਬਾਤ ਕੀਤੀ ਸੀ ਤੇ ਤੁਸੀਂ ਸੁਣ ਚੁੱਕੇ ਸੀ ਕਿ ਜੇ ਭਾਈ ਸਾਹਿਬ ਦਾ ਸੰਸਕਾਰ ਉੱਥੇ ਹੋ ਜਾਂਦਾ ਤੇ ਸਾਨੂੰ ਸ਼ਾਇਦ ਹੋ ਸਕਦਾ ਯਾਦਗਾਰ ਬਣਾਉਣੀ ਔਖੀ ਹੁੰਦੀ। ਇੱਥੇ ਸੰਸਕਾਰ ਹੋਇਆ, ਲੋਕੇਸ਼ਨ ਬਹੁਤ ਵਧੀਆ ਵਾ, ਖੁੱਲੀ ਜਗ੍ਹਾ ਵਾ। ਜਦੋਂ ਭਾਈ ਸਾਹਿਬ ਵੀ ਕਿਤੇ ਨਿਕਲਦੇ ਸੀ ਨਾ ਤੇ ਆਮ ਹੀ ਵੀਡੀਓਜ਼ ਉਹਨਾਂ ਦੀ ਆਈਆਂ ਸਾਡੇ ਕੋਲ ਤੇ ਉਹ ਉਸ ਚੀਜ਼ ਨੂੰ ਪਸੰਦ ਕਰਦੇ ਸੀ, ਖੁੱਲੇ ਵਾਤਾਵਰਨ ਨੂੰ ਪਸੰਦ ਕਰਦੇ ਸੀ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ, ਅਸਮਾਨ ਵੱਲ ਝਾਤੀਆਂ ਮਾਰ ਕੇ ਅਸਮਾਨ ਨਾਲ ਗੱਲਾਂ ਕਰਨੀਆਂ, ਇਹ ਉਹਨਾਂ ਦਾ ਸ਼ੌਂਕ ਸੀ, ਪਿਆਰ ਕਰਦੇ ਸੀ ਉਹ ਹਰ ਇੱਕ ਨੂੰ। ਤੇ ਅੱਜ ਹਰ ਕੋਈ ਉਹਨਾਂ ਨੂੰ ਪਿਆਰ ਕਰ ਰਿਹਾ ਤੇ ਇਸ ਲੋਕੇਸ਼ਨ ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਵੀ ਭੇਟ ਕਰ ਰਿਹਾ। ਕੀ ਕਹਿਣਾ ਚਾਹੋਗੇ ਵੀਰ ਜੀ ਲਾਸਟ ਦੇ ਵਿੱਚ ਇਹੀ ਮੇਰੀ ਬੇਨਤੀ ਹੈ ਕਿ ਕੁਦਰਤ ਵੱਲੋਂ ਹੀ ਕੋਈ ਭਾਣਾ ਇਦਾਂ ਦਾ ਵਰਤਦਾ ਹੈ ਕਿ ਉਸ ਜਗ੍ਹਾ ਤੇ ਉਹਨਾਂ ਦੀ ਬੋਡੀ ਨੂੰ ਲੈ ਕੇ ਵੀ ਜਾਇਆ ਗਿਆ, ਪਹੁੰਚ ਗਏ ਸਾਰੇ ਲੈ ਕੇ, ਲੇਕਿਨ ਉਸ ਜਗ੍ਹਾ ਤੇ ਉਹਨਾਂ ਦਾ ਸੰਸਕਾਰ ਨਹੀਂ ਸੀਗਾ ਹੋਣਾ, ਕਿਉਂਕਿ ਉਹਨਾਂ ਵਾਸਤੇ ਇੱਕ ਸੈਪਰੇਟ ਜਗ੍ਹਾ ਜਿਹੜੀ ਕੁਦਰਤ ਵੱਲੋਂ ਕੋਈ ਭਾਣਾ ਕੁਦਰਤ ਦਾ ਕਿ ਬਣਾਉਣੀ ਸੀਗੀ ਤਾਂ ਕਿ ਉੱਥੇ ਆਪਾਂ ਉਹਨਾਂ ਦੀ ਯਾਦਗਾਰ ਬਣਾ ਦਈਏ। ਤੇ ਜੇ ਆਪਾਂ ਉਹਨਾਂ ਦਾ ਸੰਸਕਾਰ ਉੱਥੇ ਵੇਰ ਕੇ ਕਬਰਾਂ ਦੇ ਵਿੱਚ ਕਰ ਦਿੰਦੇ ਤਾਂ ਫਿਰ ਇੱਕ ਆਮ ਗੱਲ ਹੋ ਜਾਣੀ ਸੀਗੀ। ਇਹ ਰੱਬ ਨੇ ਬੜਾ ਵਧੀਆ ਕੀਤਾ ਕਿ ਇੱਕ ਅਲੱਗ ਜਗ੍ਹਾ ਮਿਲ ਗਈ ਹੈ। ਵੇਰਕੇ ਵੱਲੋਂ ਵੀ, ਕਾਉਂਸਲਰ ਵੱਲੋਂ ਵੀ ਉਹ ਜਿਹੜੀ ਜਗ੍ਹਾ ਹੈ ਉਹਦਾ ਵੀ ਪ੍ਰੋਸੈਸ ਚੱਲ ਰਿਹਾ ਕਿ ਦੇ ਦਿੱਤੀ ਜਾ ਰਹੀ ਆ, ਫਿਲਹਾਲ ਅੰਡਰ ਪ੍ਰੋਸੈਸ ਆ, ਕੁਝ ਟਾਈਮ ਤੱਕ ਉਹ ਵੀ ਕਵਰ ਹੋ ਜਾਏਗੀ। ਪਲੱਸ ਆ ਜਦੋਂ ਕਰੋਨਾ ਦਾ ਪ੍ਰਕੋਪ ਜਿਹੜਾ ਘਟ ਜਾਏਗਾ ਤੇ ਪਬਲਿਕ ਵੀ ਬਹੁਤ, ਉਹਨਾਂ ਦੇ ਬੇਟੇ ਵੱਲੋਂ ਹੁਣੇ ਹੀ ਬਾਰ-ਬਾਰ ਦੱਸਿਆ ਗਿਆ ਕਿ ਪੂਰੇ ਸੰਸਾਰ ਦੇ ਵਿੱਚੋਂ, ਪਾਕਿਸਤਾਨ ਤੋਂ, ਇੰਗਲੈਂਡ ਤੋਂ, ਅਮਰੀਕਾ ਤੋਂ, ਵੱਖ-ਵੱਖ ਦੇਸ਼ਾਂ ਤੋਂ ਫੋਨ ਆ ਰਹੇ ਨੇ ਕਿ ਆਪਾਂ ਉਹਨਾਂ ਦੀ ਯਾਦਗਾਰ ਬਣਾਉਣ ਵਾਸਤੇ ਵੱਧ ਤੋਂ ਵੱਧ ਉਪਰਾਲਾ ਕਰੀਏ, ਆਪਾਂ ਆਰਥਿਕ ਪੱਖੋਂ ਵੀ ਜੋ ਵੀ ਕਹਿ ਰਹੇ ਨੇ ਉਹਨਾਂ ਦੀ ਮਦਦ ਕਰੀਏ ਤਾਂ ਕਿ ਇਹ ਸੰਸਥਾ ਜਿਹੜੀ ਆ ਉਹ ਵਧੇ ਫੁੱਲੇ। ਬਿਲਕੁਲ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੋ ਜਿਹੇ ਉਪਰਾਲੇ ਕੀਤੇ ਜਾਣਗੇ ਅਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਵੀ ਦੱਸੇ ਜਾਣਗੇ। ਤੇ ਹੁਣ ਜਿਹੜੀ ਅਮਤੇਸ਼ਵਰ ਵੱਲੋਂ ਵੀ ਇੱਕੋ ਗੱਲ ਹੀ ਕਹੀ ਜਾ ਰਹੀ ਹੈ, ਪਰਿਵਾਰ ਵੱਲੋਂ ਵੀ, ਕਿ ਇਸ ਲੋਕੇਸ਼ਨ ਤੇ ਕੇਵਲ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਸੀ। ਆਉਣ ਵਾਲੇ ਭਵਿੱਖ ਦੀ ਜੋ ਵੀ ਰਣਨੀਤੀ ਹੋਊਗੀ ਸੰਗਤ ਦੇ ਰੂਬਰੂ ਕਰਦੇ ਰਵਾਂਗੇ। ਤੇ ਇੱਕੋ ਆਸ ਹੈਗੀ ਆ ਸਾਰੇ ਪਰਿਵਾਰ ਨੂੰ ਕਿ ਜੇ ਤੁਹਾਡਾ ਪਿਆਰ, ਤੁਹਾਡਾ ਦਸਵੰਧ ਜਿਸ ਤਰ੍ਹਾਂ ਮਿਲਦਾ ਜਾਊਗਾ, ਅਸੀਂ ਇਸ ਲੋਕੇਸ਼ਨ ਦੇ ਉੱਤੇ ਕੋਈ ਇਹੋ ਜਿਹੀ ਯਾਦਗਾਰ ਬਣਾਵਾਂਗੇ ਜਿਹਦੇ ਵਿੱਚ ਸਾਡਾ ਭਵਿੱਖ, ਸਾਡੀ ਨੌਜਵਾਨ ਪੀੜ੍ਹੀ ਜਦੋਂ ਕਿਸੇ ਉੱਚੀਆਂ ਪਦਵੀਆਂ ਤੇ ਜਾ ਕੇ ਬੈਠੂਗੀ ਤੇ ਕਿਹਾ ਜਾ ਰਿਹਾ ਕਿ ਉਹ ਸੱਚੀ ਸ਼ਰਧਾਂਜਲੀ ਹੋਊਗੀ ਭਾਈ ਨਿਰਮਲ ਸਿੰਘ ਖਾਲਸਾ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।